ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਪਰਮ ਸਨਮਾਨ ਆਵਰ ਸਾਹਿਬ ਕਮਾਲ बारगाह इनायत के मालक कलयुगी जीवों के उद्धार करता साहिब सहाबा जोत रूप हराब महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमयी इनायतमयी श्री चरण कमलां विराजमान गुरु प्यारी साध संगत गुरुदेव जी दी महान इनायत दा सदका साडे सारियां दे सिर ते मेहरमतमयी रखे हथ दा सदका जीवन दा अज दा दिन भी प्राप्त होया और इस नवे दिन दी जो नवे जन्म समान है शाम अजीज़ुल नवाज गनीमुल खराज पातशाह गुरु गोबिंद सिंह साहिब जी दे मुबारक कदमां दी खाक दे नाम करना नसीब होया। सतगुरु जी दी मेहर सदका सौदर चौंकी दे कीर्तन हर कीरत हमरी रह रास आरती अरदास ते फिर सदाए खास गुरुदेव जी दे हुक्मनामे रसना गुण गोपाल निध गायण शांत सहज रहस मन उपजयो सगले दुख पलायण। पावन बचन आप जी ने हुक्मनामे दे रूप झोली च पाए हैं। कुछ समा होर मेरियां पीरियां दे दाते संसार ते श्री अकाल तखत साहिब प्रगट करने वाले गुरुदेव छेवें गुरु नानक गुरु हरगोबिंद साहिब जी दे पावन जीवन वार्तालाप अमृत जीवन कथड़ियाँ बाबाणियाँ कहानियाँ राहीं गुरु शब्द विचार इतिहास विचार गुरु दीदार दा बायस बन सके एकाग्रता अदब ते आनंद दी दात झोली च पै सके। इसलिए जितने माता भराता हाजरीन हाज़री पर रहे हो पेशतर दोवां हत्थां नूं हिरदे दे सामने जोड़दियां नेत्र बंद करके ऐसा गहराई तो महसूस करिए कि साडा सीस गुरु हरगोबिंद साहिब जी दे चरण कमलां ते टिकिया है ते साहिब जियां ने मेहर भरिया हथ साडे सिर ते रखिया होया। गुरुदेव जी दे शब्द रूपी कदमां नूं गल वकड़ी करदियां चरण चुमदियां आ गुरु की अमृत फतेह द्वारा सांझ बनाइए। वाहिगुरु जी का खालसा वाहिगुरु जी की फतेह। कल तक सरवण करदियां इतना प्रेम सहित आपने सरवण किया कि गुरुदेव पातशाह जी भाई जोध राय जी दे नगर ठहरे हुए हैं और फिर इस तरह अगे अखेड़ बिरत वास्ते आप पधारे ने चढ़ाई की है। रस्ते विच जंग दी भी गलबात चलती है। घोड़े महाराज जी दे सुहेला ते जान भाई इन्हां दा जिक्र भी चल रहा है।
ਇਹ ਗੁਰਸਿੱਖ ਇਹਨਾਂ ਦੀ ਘੋੜਿਆਂ ਦੀ ਮਹਾਰਾਜ ਜੀ ਦੇ ਚਰਨਾਂ ਵਿੱਚ ਤਾਰੀਫ ਕਰ ਰਹੇ ਹਨ ਤੇ ਕਹਿੰਦੇ ਨੇ ਜੇਕਰ ਹੋਤੋ ਅਪਰ ਢਿੱਗ ਇੱਕ ਕੇ ਮਰ ਜਾਣੇ ਦੋਨੋਂ ਮਰਤੇ ਰਹਿਤ ਨਹਿ ਅਸ ਪ੍ਰੇਮ ਮਹਾਨੇ। ਮਹਾਰਾਜ ਸੱਚੇ ਪਾਤਸ਼ਾਹ ਜੇ ਆਪ ਜੀ ਦੀ ਜਗ੍ਹਾ ਇਹ ਦੋਵੇਂ ਘੋੜੇ ਕਿਸੇ ਹੋਰ ਕੋਲ ਹੁੰਦੇ ਤਾਂ ਇੱਕ ਦਾ ਚਲੇ ਜਾਣਾ ਦੂਜੇ ਦੀ ਮੌਤ ਦਾ ਕਾਰਨ ਬਣ ਜਾਂਦਾ। ਇਤਨਾ ਮਹਾਨ ਪ੍ਰੇਮ ਸੀ ਇਹਨਾਂ ਵਿੱਚ, ਇੱਕ ਦੂਜੇ ਬਿਨ ਰਹਿ ਨਹੀਂ ਸਕਦੇ ਸਨ। ਜਾਤੀ ਮਲਕ ਬਖਾਨ ਤੋਂ ਇਨ ਸਮ ਨਹਿ ਆਨਾ। ਮਹਾਰਾਜ ਜੀ ਦਾ ਮਹਾਨ ਯੋਧਾ ਭਾਈ ਜਾਤੀ ਮਲਕ ਕਹਿ ਰਿਹਾ ਇਹਨਾਂ ਵਰਗਾ ਹੋਰ ਕੋਈ ਨਹੀਂ ਸੀ, ਹੋਰ ਕੋਈ ਨਹੀਂ ਹੋਣਾ। ਹੁਤੇ ਉਚਿਤ ਇਹ ਆਪ ਕੇ ਤੁਮ ਮਹਿਦ ਮਹਾਨਾ। ਹੈ ਗੁਰੂਦੇਵ ਪਾਤਸ਼ਾਹ ਤੁਸੀਂ ਬਹੁਤ ਵੱਡੇ ਹੋ, ਮਹਾਨ ਹੋ, ਤੇ ਇਹ ਵੀ ਵੱਡੇ ਮਹਾਨ ਘੋੜੇ ਆਪ ਦੇ ਲਾਇਕ ਹੀ ਸਨ। ਇਸ ਤਰ੍ਹਾਂ ਵਿਚਾਰ ਚਰਚਾ ਚੱਲਦੀ ਜਾ ਰਹੀ ਹੈ। ਮਹਾਰਾਜ ਅੱਗੇ ਅੱਗੇ ਚੱਲਦੇ ਜਾ ਰਹੇ ਨੇ ਅਖੇੜ ਬਿਰਤ ਵਾਸਤੇ। ਅਗਲੀ ਵਿਚਾਰ ਸਰਵਣ ਕਰੀਏ ਪੇਸ਼ਤਰ ਜਿਤਨੇ ਮਹਾਰਾਜ ਜੀ ਦੀ ਹਾਜ਼ਰੀ ਭਰ ਰਹੇ ਹੋ। ਗੁਰੂਦੇਵ ਜੀ ਦੇ ਚਰਨ ਕਮਲਾਂ ਦਾ ਧਿਆਨ ਕਰਦਿਆਂ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਹੀ ਆਖੋ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਸ਼ਾਨੀ ਛੰਦ ਇਤਿਆਦ ਕਰਨ ਵਾਰਤਾ ਮਾਰਨ ਤੁਰ ਕਾਨੇ। ਇਸ ਤਰ੍ਹਾਂ ਜਿਹੜੀ ਮੈਦਾਨੇ ਜੰਗ ਦਾ ਵਾਰਤਾਲਾਪ ਹੈ ਨਾ, ਤੇ ਤੁਰਕਾਨੇ ਤੁਰਕ ਦੀ ਹੱਤਿਆ ਕਰਨਾ, ਜੋ ਤੁਰਕ ਚੜ੍ਹ ਕੇ ਆਏ ਸਨ ਉਹਨਾਂ ਨੂੰ ਯੁੱਧ ਵਿੱਚ ਪਰਾਸਤ ਕਰਨਾ, ਯੁੱਧ ਵਿੱਚ ਉਹਨਾਂ ਨੂੰ ਛਾਇਆ ਦੇਣਾ। ਸਤਿਗੁਰੂ ਜੀ ਦਾ ਕਿਸੇ ਤੁਰਕ ਨਾਲ, ਕਿਸੇ ਹਿੰਦੂ ਨਾਲ, ਕਿਸੇ ਹੋਰ ਨਾਲ ਵੈਰ ਨਹੀਂ ਕੋਈ, ਕਿਉਂਕਿ ਸਤਿਗੁਰੂ ਜੀ ਦਾ ਸੁਭਾਅ ਹੈ, ਸਤਿਗੁਰ ਪੁਰਖ ਅਗੰਮ ਹੈ। ਪਹਿਲੀ ਗੱਲ ਤਾਂ ਉਹਨਾਂ ਦੀ ਅਵਸਥਾ ਨੂੰ ਸਮਝਿਆ ਹੀ ਨਹੀਂ ਜਾ ਸਕਦਾ। ਔਰ ਜਿਸ ਨਾਲ ਸਤਿਪੁਰਖਾਂ ਦੀ ਸਮਝ ਵਿੱਚ ਆਇਆ ਉਹ ਇਹ ਆਇਆ ਕਿ ਸਤਿਗੁਰ ਪੁਰਖ ਅਗੰਮ ਹੈ, ਨਿਰਵੈਰ ਨਿਰਾਲਾ। ਕਿਸੇ ਨਾਲ ਵੈਰ ਵੀ ਨਹੀਂ ਰੱਖਦੇ ਤੇ ਕਿਸੇ ਵਿੱਚ ਵਿਲੁਪਤ ਵੀ ਨਹੀਂ ਹੁੰਦੇ। ਜਾਣੋ ਧਰਤੀ ਧਰਮ ਕੀ ਸੱਚੀ ਧਰਮਸ਼ਾਲਾ। ਫਿਰ ਜਿਹਾ ਜਿਉ ਕਰ ਨਿਰਮਲ ਆਰਸੀ ਜਗ ਵੇਖਣ ਵਾਲਾ। ਜਿਹਾ ਮੂੰਹ ਕਰ ਭਾਲੀਐ ਤਿਹੋ ਵੇਖਾਲਾ। ਜਿਵੇਂ ਸਾਫ ਸੁਥਰਾ ਆਈਨਾ ਹੋਵੇ, ਸ਼ੀਸ਼ਾ ਹੋਵੇ, ਆਰਸੀ ਹੋਵੇ, ਤੇ ਉਸ ਵਿੱਚ ਜਿਹੋ ਜਿਹਾ ਮੂੰਹ ਬਣਾ ਕੇ ਕੋਈ ਦੇਖੇਗਾ ਉਹ ਜਿਹੀ ਟੇਢੀ ਜਾਂ ਸਿੱਧੀ ਸ਼ਕਲ ਦਿਖਾਈ ਪਵੇਗੀ। ਸੇਵਕ ਦਰਗਾ ਸੁਰਖਰੂ ਬੇਮੁਖ ਮੂੰਹ ਕਾਲਾ। ਜਿਹੜਾ ਐਸੇ ਗੁਰੂ ਦਾ ਸੇਵਕ ਬਣ ਜਾਵੇ, ਗੁਰੂ ਦੇ ਬਚਨਾਂ ਨੂੰ ਪ੍ਰਵਾਨ ਕਰੇ, ਗੁਰੂ ਦੇ ਬਚਨਾਂ ਅਨੁਸਾਰ ਚੱਲਣ ਲੱਗ ਪਵੇ, ਉਹਦੇ ਸਾਰੇ ਹੀ ਕੀਤੇ ਹੋਏ ਮਾੜੇ ਕਰਮਾਂ ਦਾ ਨਾਸ਼ ਹੋ ਜਾਂਦਾ, ਸੁਰਖਰੂ ਹੋ ਜਾਂਦਾ ਦਰਗਾਹ ਵਿੱਚ। ਤੇ ਜਿਹੜਾ ਐਸੇ ਗੁਰੂ ਤੋਂ ਬੇਮੁਖ ਹੋ ਜਾਏ ਉਹਦਾ ਲੋਕ ਪਰਲੋਕ ਮੂੰਹ ਕਾਲਾ ਹੁੰਦਾ, ਇੱਥੇ ਉੱਥੇ ਮੂੰਹ ਕਾਲਾ ਹੁੰਦਾ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਦਾ ਕਿਸੇ ਨਾਲ ਵੈਰ ਨਹੀਂ, ਬਿਲਕੁਲ ਵੀ ਵੈਰ ਨਹੀਂ। ਜੇ ਵੈਰ ਹੁੰਦਾ ਫਿਰ ਬਾਬਾ ਫਰੀਦ ਜੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਕਿਉਂ ਚੌਰ ਚੁਲਾਇਆ ਜਾਂਦਾ? ਵੈਰ ਨਹੀਂ। ਇਸ ਲਈ ਇਹ ਚੜ੍ਹ ਕੇ ਆਏ ਨੇ ਤੇ ਇਹਨਾਂ ਨੇ ਖੁਦ ਹਮਲਾ ਕੀਤਾ ਤੇ ਅੱਗੋਂ ਮਹਾਰਾਜ ਜੀ ਦੇ
ਸਿੱਖਾਂ ਨਾਲ ਜੰਗ ਕਰਦਿਆਂ ਹੋਇਆਂ ਇਹਨਾਂ ਦੇ ਪ੍ਰਾਣ ਗਏ ਹਨ। ਲੱਲਾ ਬੇਗ ਦਾ, ਕਮਰ ਬੇਗ ਦਾ, ਕਾਸਮ ਬੇਗ ਦਾ ਇਹ ਜ਼ਿਕਰ ਕਰਦੇ ਜਾ ਰਹੇ ਨੇ। ਮਹਾਰਾਜ ਇਸ ਤਰ੍ਹਾਂ ਉਹ ਆਏ, ਇਸ ਤਰ੍ਹਾਂ ਤੁਹਾਡੀ ਮਿਹਰ ਨਾਲ ਉਹਨਾਂ ਦੇ ਪ੍ਰਾਣ ਗਏ। ਇਤਿਹਾਦਕ ਰਣ ਵਾਰਤਾ, ਜੰਗ ਦੀ ਵਾਰਤਾ ਕਰਦੇ ਆ ਰਹੇ ਨੇ। ਇਹ ਮਨੁੱਖ ਦੇ ਜਿਹੜਾ ਉਹਦਾ ਸੁਭਾਅ ਹੁੰਦਾ ਹੈ ਨਾ, ਉਹਦੇ 'ਚ ਹੁੰਦਾ ਹੈ, ਔਰ ਉਸ ਦੇ ਕਾਰਜ ਖੇਤਰ ਨਾਲ ਵੀ ਹੁੰਦਾ ਹੈ। ਜੈਸੇ ਕੋਈ ਮਨੁੱਖ ਖੇਤੀਬਾੜੀ ਦਾ ਕਾਰਜ ਖੇਤਰ ਰੱਖਦਾ ਹੋਵੇ, ਕੰਮਕਾਰ ਕਰਦਾ ਹੋਵੇ, ਅਤੇ ਉਹਦੀਆਂ ਗੱਲਾਂ ਬਾਤਾਂ ਖੇਤੀਬਾੜੀ ਵਾਲੀ ਹੋਣਗੀਆਂ। ਬਈ ਇੰਨਾ ਝੋਨਾ ਲਾਇਆ, ਝੋਨੇ ਨੂੰ ਪਾਣੀ ਲਾਇਆ, ਖਾਦ ਪਾਈ ਹੈ, ਨਦੀਨ ਕੱਢਿਆ, ਖਰਪਤਵਾਰ ਘਾਹ ਕੱਢਿਆ। ਖੇਤੀ ਦੇ ਨਾਲ ਸੰਬੰਧਿਤ ਜਿਹੜੇ ਸੰਦ ਨੇ, ਟਰੈਕਟਰ ਆਦਿਕ, ਉਹਨਾਂ ਦਾ ਜ਼ਿਕਰ ਹੋਵੇਗਾ, ਕਿਉਂਕਿ ਜਿਸ ਕਾਰਜ ਖੇਤਰ ਵਿੱਚ ਮਨੁੱਖ ਹੈ ਉਹਦਾ ਜ਼ਿਕਰ ਹੋਵੇ। ਕੋਈ ਸੰਗੀਤ ਦੇ ਖੇਤਰ ਵਿੱਚ ਹੈ, ਸੰਗੀਤ ਨਾਲ ਉਹਦਾ ਸੰਬੰਧ ਹੈ, ਰੋਜ਼ਗਾਰ ਹੈ, ਅਤੇ ਉਹ ਫਿਰ ਚੱਲਦਾ ਹੋਇਆ ਗੱਲ ਕਰੇਗਾ, ਅਤੇ ਸੁਰ ਦੀ ਕਰੇਗਾ, ਕਲਾਮ ਦੀ ਕਰੇਗਾ, ਤਾਲ ਦੀ ਕਰੇਗਾ। ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਵੀ ਇਹ ਬੋਲ ਆਖੇ ਨੇ, ਬੜੇ ਗਹਿਰੇ ਬੋਲ ਨੇ। ਕਹਿੰਦੇ ਨੇ, ਆਪਣੇ ਰੰਗ ਸਭ ਕੋ ਰਚੈ, ਜਿਤ ਜਿਤ ਲਾਇਆ ਤਿਤ ਤਿਤ ਲੱਗੈ, ਹਟਵਾਣੀ ਹਟ ਮਾਲ ਧਨ ਕੀਤ, ਜੁਆਰੀ ਜੂਏ ਮੈਂ ਚੀਤ। ਜੁਆਰੀ ਹੈ ਅਤੇ ਦਿਨ ਰਾਤ ਉਹਦੇ ਮਨ ਵਿੱਚ ਜੂਆ ਹੀ ਚੱਲਦਾ ਰਹੇਗਾ, ਵੀ ਕਿਤੇ ਇਹ ਪਾਸਾ ਪੈ ਜਾਏ ਅਤੇ ਇਹ ਸਮਾਨ, ਇਹ ਪੈਸੇ ਮੇਰੇ ਨਿਕਲ ਆਉਣ। ਹਟਵਾਣੀ ਹਟ ਮਾਲ ਧਨ ਕੀਤ, ਜੁਆਰੀ ਜੂਏ ਮੈਂ ਚੀਤ, ਅਮਲੀ ਜੀਵੇ ਅਮਲ ਖਾਏ। ਅਮਲੀ ਹੈ, ਨਸ਼ੇੜੀ ਹੈ, ਅਤੇ ਉਹਦਾ ਦਿਨ ਰਾਤ ਵਿਚਾਰ ਨਸ਼ੇ ਨਾਲ ਹੀ ਬਣਿਆ ਰਹੇਗਾ। ਅਮਲੀ ਗੁਰਦੁਆਰੇ ਵੀ ਆਏਗਾ ਅਤੇ ਹੋਰ ਕੁਝ ਨਹੀਂ ਮੰਗੇਗਾ, ਆਖੇਗਾ ਸੱਚਿਆ ਪਾਤਸ਼ਾਹ 2-4 ਕਿਲੋ ਅਫੀਮ ਇਕੱਠੀ ਦੇ ਦੇ ਅਤੇ ਮੇਰਾ ਕੰਮ ਚੱਲ ਜਾਏ, ਉਹੀ ਮੰਗੇਗਾ, ਹੋਰ ਕੁਛ ਨਹੀਂ ਮੰਗੇਗਾ, ਕਿਉਂਕਿ ਉਹਦਾ ਜੀਵਨ ਖੇਤਰ ਹੀ ਉਹ ਬਣਿਆ ਹੋਇਆ। ਜੁਆਰੀ ਜੂਏ ਮੈਂ ਚੀਤ, ਅਮਲੀ ਜੀਵੇ ਅਮਲ ਖਾਏ, ਗਿਆਨੀ ਜੀਵੇ ਹਰ ਧਿਆਏ। ਇਸ ਤਰ੍ਹਾਂ ਇਹਨਾਂ ਦਾ ਜੀਵਨ ਜਿਹੜਾ ਰਣ ਖੇਤਰ ਵਿੱਚ ਹੈ। ਸੂਰਮੇ ਨੇ, ਬਹਾਦਰ ਨੇ, ਜੰਗਜੂ ਨੇ, ਅਤੇ ਨਿਰਸੰਦੇਹ ਇਹਨਾਂ ਦੀ ਗੱਲਬਾਤ ਵੀ ਜੰਗ ਦੀ ਹੋਵੇਗੀ। ਜੰਗ ਦੀ ਗੱਲ, ਫਲਾਣਾ ਇਸ ਤਰ੍ਹਾਂ ਆਇਆ, ਮੈਂ ਇਸ ਤਰ੍ਹਾਂ ਬੈਠ ਕੇ ਉਹਦਾ ਵਾਰ ਰੋਕਿਆ, ਫਿਰ ਇਸ ਤਰ੍ਹਾਂ ਵਾਰ ਕੀਤਾ ਅਤੇ ਇਸ ਤਰ੍ਹਾਂ ਉਹਦਾ ਸਿਰ ਅਲੱਗ ਹੋ ਗਿਆ। ਇਸ ਤਰ੍ਹਾਂ ਜੰਗ ਦੀ ਵਾਰਤਾ ਚੱਲ ਰਹੀ। ਇਤਿਹਾਦਕ ਰਣ ਵਾਰਤਾ, ਮਾਰਨ ਤੁਰਕਾਨੇ। ਸਾਰਾ ਤੁਰਕਾਨਾ ਜੋ ਚੜ੍ਹ ਕੇ ਆਇਆ ਸੀ, ਉਹਨਾਂ ਨੂੰ ਖਤਮ ਕਰਨ ਦੀ ਗੱਲਬਾਤ ਕਰ ਰਹੇ ਹਨ। ਕਹਿਤ ਸੁਨਤ ਬੀਤੀ ਜਥਾ ਸੁਨ ਸੁਨ ਬਿਸਮਾਨੇ। ਔਰ ਇਸ ਤਰ੍ਹਾਂ ਜਿਵੇਂ ਸਭ ਦੀਆਂ ਆਪਣੀਆਂ ਆਪਣੀਆਂ ਵਾਰਤਾਵਾਂ ਨੇ, ਇੱਕ ਦੂਜੇ ਨੂੰ ਦੱਸਦੇ ਨੇ, ਮੈਂ ਇਸ ਤਰ੍ਹਾਂ ਵਾਰ ਰੋਕਿਆ। ਜਿਵੇਂ ਲੜਾਈ ਵਿੱਚ ਹੱਡ ਬੀਤੀ ਸੀ, ਉਹ ਸੁਣਾ ਰਹੇ ਨੇ, ਮਹਾਰਾਜ ਵੀ ਸੁਣਦੇ ਜਾ ਰਹੇ। ਹਾਲਾਂਕਿ ਮਹਾਰਾਜ ਨੂੰ ਪਤਾ ਵੀ ਹੈ, ਉਹਨਾਂ ਅੰਤਰਯਾਮੀ ਨੇ, ਸਾਰਾ ਕੁਝ ਜਾਣਦੇ ਨੇ, ਪਰ ਫਿਰ ਵੀ ਨਾਲ ਸ਼ਾਬਾਸ਼ ਵੀ ਦਿੰਦੇ ਜਾ ਰਹੇ। ਪਰ ਗੁਰਸਿੱਖਾਂ ਦੀ ਵਡਿਆਈ ਹੈ, ਕਹਿ ਓਨਾ ਹੀ ਰਹੇ ਨੇ ਜਿੰਨਾ ਹੋਇਆ, ਵਧਾ ਚੜਾ ਕੇ ਨਹੀਂ ਕਹਿ ਰਹੇ। ਜੇ ਕੋਈ ਉਹ ਜਿਹਾ ਹੁੰਦਾ ਤੇ ਭਾਵੇਂ ਬਾਹਰ ਛੁਪਿਆ ਰਹਿੰਦਾ ਤੇ ਉਹਨੇ ਕਹਿਣਾ ਸੀ, ਮਹਾਰਾਜ ਇਹਨਾਂ ਨੇ ਕੱਖ ਕੀਤਾ ਹੀ ਨਹੀਂ, ਸਾਰਿਆਂ ਨੂੰ ਮਾਰਿਆ ਹੀ ਮੈਂ ਹੈ। ਉਹਨੇ ਮੈਂ ਕਰ ਦੇਣਾ ਸੀ। ਪਰ ਜਿਤਨੀ ਹੋਈ ਹੈ ਉਤਨੀ ਕਹਿ ਰਹੇ ਹਨ। ਇਸੀ ਰੀਤ ਤ੍ਰੈ ਜਾਮਨੀ ਗੁਰ ਤਹਾਂ ਬਿਤਾਈ। ਇਸ ਤਰ੍ਹਾਂ 3 ਦਿਨ 3 ਰਾਤਾਂ ਮਹਾਰਾਜ ਜੀ ਨੇ ਇੱਥੇ ਬਿਤਾਈਆਂ ਹਨ। ਚੌਥੇ ਦਿਨ ਤੈ
ਤੇ ਚੜ੍ਹੇ ਬੜ ਦੁੰਦਬ ਬਾਈ। ਚੌਥੇ ਦਿਨ ਇੱਥੋਂ ਅੱਗੇ ਮਹਾਰਾਜ ਜੀ ਨੇ ਪਿਆਨਾ ਕੀਤਾ ਵੱਡੇ ਨਗਾਰੇ ਵਜਾ ਕੇ। ਹਿਤ ਅਖੇਰ ਕੇ ਗਮਨ ਕੀਏ ਗਨ ਚਮੂ ਪਿਆਨੀ। ਅਖੇੜ ਬਿਰਤ ਵਾਸਤੇ ਪ੍ਰਸਥਾਨ ਕੀਤਾ, ਨਾਲ ਸਾਰੀ ਜਿਹੜੀ ਫੌਜ ਹੈ ਮਹਾਰਾਜ ਦੀ ਉਹ ਚੱਲੀ ਹੈ। ਸੰਗ ਜੋਧ ਚੜ ਕਰ ਚਲੀ ਹਿਤ ਸੇਬ ਮਹਾਨੀ। ਭਾਈ ਜੋਧ ਰਾਏ ਵੀ ਮਹਾਰਾਜ ਜੀ ਦੇ ਨਾਲ ਚੱਲੇ ਨੇ, ਬਹੁਤ ਸੇਵਾ ਕਰਨ ਵਾਸਤੇ। ਸੇਵਾ ਲਈ ਉਹਨਾਂ ਦਾ ਹਿੱਤ ਹੈ, ਸੇਵਾ ਵਿੱਚ ਉਹਨਾਂ ਦਾ ਪਿਆਰ ਹੈਗਾ। ਕੁਝ ਲੋਕ ਐਸੇ ਹੁੰਦੇ ਨੇ ਜਿਨ੍ਹਾਂ ਦਾ ਗੁਰੂ ਦੀ ਸੇਵਾ ਨਾਲ ਪਿਆਰ ਹੁੰਦਾ, ਉਹਨਾਂ ਨੂੰ ਹੋਰ ਕਿਸੇ ਨਾਲ ਕੋਈ ਸਰੋਕਾਰ ਨਹੀਂ ਹੁੰਦਾ, ਸੇਵਾ 'ਚ ਜੁੜੇ ਰਹਿਣਗੇ। ਸੇਵਾ ਹੀ ਉਹਨਾਂ ਦਾ ਸਿਮਰਨ ਕਰਾ ਦਿੰਦੀ ਹੈ, ਸੇਵਾ ਹੀ ਉਹਨਾਂ ਦਾ ਜੀਵਨ ਸਫਲ ਕਰਾ ਦਿੰਦੀ ਹੈ, ਸੇਵਾ ਹੀ ਉਹਨਾਂ ਨੂੰ ਪ੍ਰਭੂ ਨਾਲ ਮਿਲਾ ਦਿੰਦੀ। ਮਹਾਰਾਜ ਜੀ ਦਾ ਬਚਨ ਹੈ, ਧਨ ਸੇਵਾ ਸੇਵਕ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੈ ਸੋ ਹੋਤ ਨਿਹਾਲ, ਤਾਕੇ ਨਿਕਟ ਨ ਆਵਤ ਕਾਲ। ਜਦ ਕਦੀ ਐਸਾ ਜ਼ਿਕਰ ਚੱਲਦਾ ਹੈ ਨਾ, ਤਾਂ ਇੱਥੇ ਤਖਤ ਪਟਨਾ ਸਾਹਿਬ ਜੀ ਦੇ ਪ੍ਰਾਂਗਣ ਵਿੱਚ ਇੱਕ ਸੇਵਾ ਕਰਨ ਵਾਲੀ ਆਤਮਾ ਸੰਤ ਭਾਈ ਰਾਮ ਸਿੰਘ ਜੀ ਝਾੜੂ ਵਾਲੇ, ਜਿਨ੍ਹਾਂ ਨੂੰ ਹੋਰ ਕੋਈ ਮਤਲਬ ਨਹੀਂ, ਬਸ ਝਾੜੂ ਲੈ ਕੇ ਸਾਰਾ ਦਿਨ ਸੇਵਾ ਕਰਨੀ। ਕੋਈ ਕੁੱਕਰ ਨੇ ਮੈਲਾ ਤਿਆਗ ਦਿੱਤਾ, ਉਹ ਵੀ ਹੱਥਾਂ ਨਾਲ ਸਾਫ਼ ਕਰ ਦਿੰਦੇ ਸਨ। ਤੇ ਫਿਰ ਜੀਵਨ ਦੇ ਸਮਾਪਨਤਾ ਦਾ ਉਹਨਾਂ ਨੂੰ ਬੋਧ ਸੀ, ਦੱਸ ਦਿੱਤਾ ਵੀ ਅਸੀਂ ਚਲੇ ਜਾਣਾ, ਤੇ ਗੰਗਾ ਦੀਆਂ ਲਹਿਰਾਂ ਤੇ ਬੈਠ ਕੇ ਸਰੀਰ ਤਿਆਗ ਦਿੱਤਾ। ਗਏ ਤੇ ਸਰੀਰ ਤਿਆਗ ਦਿੱਤਾ। ਆਖਿਆ ਮਹਾਰਾਜ ਲੈਣ ਆ ਗਏ ਨੇ, ਉਸੇ ਗੰਗਾ ਘਾਟ, ਕੰਗਣ ਘਾਟ, ਜਿੱਥੇ ਮਹਾਰਾਜ ਨੇ ਕੰਗਣ ਪਾਏ ਸਨ। ਗੰਗਾ ਨੂੰ ਸੁਹਾਗਣ ਕਰ ਦਿੱਤਾ ਸੀ, ਗੰਗਾ ਨੂੰ ਅਮਰ ਕਰ ਦਿੱਤਾ, ਪਵਿੱਤਰਤਾ ਨਾਲ ਹੋਰ ਜ਼ਿਆਦਾ ਭਰ ਦਿੱਤਾ। ਕਿਉਂਕਿ ਇਹ ਸੇਵਾ ਐਸੀ ਹੈ, ਜਿਹੜਾ ਕਰ ਲੈਂਦਾ ਹੈ ਉਹ ਤਰ ਜਾਂਦਾ ਹੈ। ਤੇ ਕਈ ਸੇਵਾਦਾਰਾਂ ਤੇ ਤਨਜ਼ ਕੱਸਦੇ ਰਹਿੰਦੇ ਨੇ, ਮੈਂ ਅੱਖਾਂ ਨਾਲ ਦੇਖੇ ਨੇ। ਗੁਰੂ ਕੇ ਸੇਵਾਦਾਰਾਂ ਤੋਂ ਬੜਾ ਔਖਾ ਬੋਲਦੇ ਸਨ, ਧਨ ਦਾ ਮਾਣ, ਹਉਮੈ, ਤੇ ਫਿਰ ਮੁੜ ਕੇ ਉਸੇ ਗੁਰਦੁਆਰੇ ਸੇਵਾਦਾਰ ਲੱਗੇ ਦਿਖਾਈ ਪਏ। ਨਹੀਂ ਕੁਛ ਰਿਹਾ, ਸਭ ਕੁਝ ਤਬਾਹ ਹੋ ਗਿਆ। ਕਿਉਂਕਿ ਗੁਰੂ ਆਪਣੇ ਸੇਵਾਦਾਰਾਂ ਦਾ ਅਪਮਾਨ ਨਹੀਂ ਬਰਦਾਸ਼ਤ ਕਰਦਾ। ਸਨਮਾਨ ਦੇ ਕੇ ਗੁਰੂ ਖੁਸ਼ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਦੇਖ ਰਹੇ ਨੇ, ਭਾਈ ਜੋਧ ਰਾਏ ਨਾਲ ਚੱਲ ਰਿਹਾ, ਤੇ ਹਿੱਤ ਮਹਾਨ ਸੇਵਾ ਵਿੱਚ ਹੈ, ਬੜਾ ਵੱਡਾ ਹਿੱਤ ਹੈ, ਰੁਚੀ ਹੈ, ਭਾਵ ਹੈ ਕਿ ਮੈਂ ਮਹਾਰਾਜ ਦੀ ਸੇਵਾ ਕਰਨੀ ਹੈ। ਭਾਵੇਂ ਸਰੀਰ ਜ਼ਖਮ ਹੈ, ਪੱਟੀਆਂ ਵੱਜੀਆਂ ਹੋਈਆਂ ਨੇ, ਪਰ ਇਹਨੂੰ ਪਰਵਾਹ ਨਹੀਂ, ਨਾਲ ਚੱਲ ਰਹੇ ਹਨ। ਕਿਤਕ ਕੋਸ ਲੋ ਚੱਲ ਗਏ, ਫਿਰ ਕਰ ਮਨ ਪਾਇਓ। ਇਸ ਤਰ੍ਹਾਂ ਦੇ ਨਾਲ ਕਈ ਕੋਹਾਂ ਤੱਕ ਨਾਲ ਫਿਰ ਰਹੇ ਹਨ, ਭਰਮਣ ਕਰ ਰਹੇ ਹਨ, ਔਰ ਮਨ ਨੂੰ ਬੜਾ ਚੰਗਾ ਲੱਗ ਰਿਹਾ ਹੈ। ਢੇਰਾ ਕੀ ਨਸ ਤਿਸੀ ਥਲ ਪਿਖ ਥਾਨ ਸੁਹਾਇਓ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਹੀ ਟਿਕਾਣਾ ਕਰ ਲਿਆ ਵੀ ਇਹ ਥਾਂ ਸੋਹਣਾ, ਹਰਿਆਲੀ ਹੈ, ਸਾਫ ਸੁਥਰਾ, ਉੱਚਾ ਹੈ। ਉਤਰ ਤੁਰੰਗ ਤੇ ਖਰੇ ਹੋਏ ਕੁਛ ਪਟ ਟਿਗਿਆਏ। ਮਹਾਰਾਜ ਸੱਚੇ ਪਾਤਸ਼ਾਹ ਘੋੜੇ ਤੋਂ ਉਤਰ ਕੇ ਜ਼ਮੀਨ ਤੇ ਖੜੇ ਹੋਏ, ਤੇ ਕੁਝ ਸੂਰਮੇ ਜੋਧ ਰਾਏ ਆਦਿਕ ਨਾਲ ਮਹਾਰਾਜ ਜੀ ਦੇ ਆ ਗਏ ਹਨ। ਜੋਧ ਰਾਏ ਸੋ ਬਾਤ ਕਹਿ ਸ੍ਰੀ ਮੁਖ ਬਿਕਸਾਏ। ਭਾਈ ਜੋਧ ਰਾਏ ਜੀ ਨਾਲ ਗੱਲਬਾਤ ਕਰ ਰਹੇ ਨੇ, ਤੇ ਨਾਲੇ ਹੱਸ ਰਹੇ, ਮੁਸਕਰਾ ਰਹੇ ਹਨ। ਇੱਕ ਅਜਗਰ ਭਾਰੀ ਮਹਾ ਨਿਕਸਿਓ ਮੁਖ ਬਾਏ। ਇਤਨੇ ਨੂੰ ਇੱਕ ਬਹੁਤ ਵੱਡਾ ਭਾਰਾ ਅਜਗਰ ਨਿਕਲ ਆਇਆ। ਜੰਗਲ ਇਲਾਕਾ ਸੀ, ਅਜਗਰ ਬੜਾ ਭਾਰਾ, ਬੜਾ ਵੱਡਾ, ਕਈ ਗਜ਼ ਲੰਬਾ, ਤੇ ਮੂੰਹ ਖੋਲ੍ਹਿਆ ਆਇਆ ਪੂਰਾ। ਉਹਦਾ ਮੂੰਹ ਮਗਰਮੱਛ ਵਰਗਾ ਹੋਵੇਗਾ, ਬਹੁਤ ਵੱਡਾ ਭਾਰਾ ਅਜਗਰ, ਅਜਦਹਾ ਜਿਹਨੂੰ ਕਹਿੰਦੇ ਨੇ, ਐਨਾਕੋਂਡਾ ਵੀ ਕਹਿ ਦਿੰਦੇ ਨੇ।
ਉਹ ਭਿਆਨਕ ਸੱਪ ਨਿਕਲ ਆਇਆ ਅੱਗੇ। ਹਾਂਜੀ, दारुण दीरग दुखी बहु गमनत फुकराए। ਬਹੁਤ ਭਿਆਨਕ ਦੁੱਖ ਨਾਲ ਦੁਖੀ ਹੈ ਤੇ ਫੂਕਾ ਮਾਰ ਰਿਹਾ, ਫੁੰਕਾਰੇ ਮਾਰ ਰਿਹਾ ਹੈ ਤੇ ਬੜਾ ਆਹਿਸਤਾ ਆਹਿਸਤਾ ਗਮਨ ਕਰ ਰਿਹਾ ਹੈ। सन्मुख आवत गुरु के गत बक्र करंता। ਕਿਸੇ ਤਰ੍ਹਾਂ ਟੇਢਾ ਮੇਢਾ ਹੋ ਕੇ ਚੱਲ ਕੇ ਗੁਰੂ ਸਾਹਿਬ ਵੱਲ ਨੂੰ ਆ ਰਿਹਾ। ਜਿੱਥੇ ਮਹਾਰਾਜ ਖੜੇ ਹਨ ਉਸ ਪਾਸੇ ਨੂੰ ਇਹ ਹੌਲੀ ਹੌਲੀ ਸਰਕਦਾ ਆ ਰਿਹਾ ਹੈ। नीठ नीठ ही चलत है चित मृत्यु चहंता। ਭਾਈ ਸਾਹਿਬ ਕਹਿੰਦੇ ਨੇ ਬਿਲਕੁਲ ਹੌਲੀ ਹੌਲੀ ਚੱਲਦਾ ਆ ਰਿਹਾ, ਚੱਲਿਆ ਹੀ ਨਹੀਂ ਜਾ ਰਿਹਾ, ਭਾਰਾ ਬਹੁਤ, ਸਰੀਰ ਬੜਾ ਭਾਰਾ ਹੈ। ਜਿਵੇਂ ਬਾਰ-ਬਾਰ ਆਪਣਾ ਸਿਰ ਪਟਕ ਰਿਹਾ, ਲੱਗਦਾ ਇਹਨੂੰ ਕੋਈ ਪੀੜਾ ਵੀ ਹੋ ਰਹੀ ਹੈ, ਕੋਈ ਤੜਪ ਰਿਹਾ ਹੈ। ਇਸ ਤਰ੍ਹਾਂ ਦੀ ਇਹਦੀ ਹਾਲਤ ਹੈ, ਮਾਨੋ ਮਰਨਾ ਚਾਹ ਰਿਹਾ ਹੈ। पट दौरे ते बरज बेको चहत प्रहारा। ਕੁਝ ਸੂਰਮੇ ਦੌੜੇ ਨੇ ਇਸ ਵੱਲ ਨੂੰ ਵੀ ਇਹਨੂੰ ਉੱਥੇ ਹੀ ਮਾਰ ਦੇਣੇ ਆ, ਖੰਡੇ ਨਾਲ ਜਾਂ ਤੀਰ ਨਾਲ ਜਾਂ ਬੰਦੂਕ ਨਾਲ। ਇਹ ਤਾਂ ਮਹਾਰਾਜ ਵੱਲ ਨੂੰ ਹੀ ਸਿੱਧਾ ਅਜਗਰ ਆ ਰਿਹਾ ਹੈ। सतगुर कृपा निदान तब बचु ऊच उचारा। ਇੱਕ ਵਾਰੀ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਗੱਜ ਕੇ ਆਖੋ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉੱਚੀ ਸਾਰੀ ਆਵਾਜ਼ ਦਿੱਤੀ ਹੈ। ਹਟ ਕੋ ਨ ਪਰ ਹਰੀਐ ਆਵਨ ਇਤ ਦੀਜੈ। ਮਹਾਰਾਜ ਕਹਿਣ ਲੱਗੇ ਹਟ ਕੋ ਨ ਪ੍ਰਹਾਰੀਐ, ਨਾ ਇਸ ਨੂੰ ਰੋਕੋ, ਨਾ ਮਾਰੋ, ਨਾ ਇਸ ਤੇ ਪ੍ਰਹਾਰ ਕਰੋ, ਸਾਡੇ ਵੱਲ ਆਉਣ ਦਿਓ। ਸਾਡੇ ਵੱਲ ਆ ਰਿਹਾ, ਤੁਹਾਡੇ ਵੱਲ ਨਹੀਂ ਆ ਰਿਹਾ, ਸਿੱਧਾ ਸਾਡੇ ਵੱਲ ਆ ਰਿਹਾ ਹੈ। ਹੇਰਨ ਹੇਤ ਤਬ ਹੋਏ ਥਿਰ ਸਾਰੇ। ਅਚਰਜ ਹੇਰਨ ਹੇਤ ਤਬ ਹੋਏ ਥਿਰ ਸਾਰੇ। ਇਹ ਅਚਰਜ ਕੌਤਕ ਦੇਖਣ ਵਾਸਤੇ ਸਾਰੇ ਦੂਰ ਦੂਰ ਖਲੋ ਗਏ ਹਨ। ਬਈ ਮਹਾਰਾਜ ਕਹਿ ਰਹੇ ਨੇ ਸਾਡੇ ਵੱਲ ਆ ਰਿਹਾ, ਆ ਵੀ ਉਹਨਾਂ ਵੱਲ ਹੀ ਰਿਹਾ। ਤੇ ਬੜਾ ਭਿਆਨਕ ਸੱਪ ਹੈ। ਇਹੋ ਜਿਹੇ ਸੱਪ ਤਾਂ ਪੂਰੀ ਗਊ ਮੱਝ ਘੋੜਾ ਨਿਕਲ ਜਾਂਦੇ ਨੇ। ਇੰਨਾ ਵੱਡਾ ਭਿਆਨਕ ਸੱਪ ਹੈ, ਇੰਨਾ ਵੱਡਾ ਭਾਰਾ ਮੋਟੇ ਆਕਾਰ ਦਾ ਹੈ, ਚੱਲਣ ਵੀ ਨਹੀਂ ਆਉਂਦਾ। ਇਹਨਾਂ ਬਾਰੇ ਤਾਂ ਕਹਾਵਤ ਹੈ ਵੀ ਸਾਹ ਆਪਣੇ ਅੰਦਰ ਖਿੱਚ ਕੇ ਜਿੰਨੇ ਪੰਛੀ ਲਾਗੇ ਹੁੰਦੇ ਸਭ ਨੂੰ ਆਪਣੇ ਸਾਹ ਨਾਲ ਹੀ ਖਿੱਚ ਲੈਂਦੇ, ਜਿਵੇਂ ਵੈਕਿਊਮ ਮਸ਼ੀਨ ਲੱਗੀ ਹੋਵੇ। ਇਹ ਮਹਾਰਾਜ ਵੱਲ ਆ ਰਿਹਾ। ਕੀ ਕੌਤਕ ਹੈ, ਕੋਈ ਕ੍ਰਿਸ਼ਮਾ ਹੈ, ਕੋਈ ਅਜਬ ਤਮਾਸ਼ਾ ਹੈ। ਦੇਖਣ ਵਾਸਤੇ ਦੂਰ ਦੂਰ ਖੜੇ ਹੋ ਗਏ। ਮੰਦ ਮੰਦ ਅਜਗਰ ਚਲੈ ਸ੍ਰੀ ਗੁਰੂ ਅਗਾਰੇ। ਬਹੁਤ ਹੌਲੀ ਹੌਲੀ ਚੱਲ ਰਿਹਾ, ਚੱਲਿਆ ਨਹੀਂ ਜਾ ਰਿਹਾ। ਗੁਰੂ ਪਾਤਸ਼ਾਹ ਜੀ ਦੇ ਸਾਹਮਣੇ ਖਰੇ ਰਹੇ ਨਿਸਚਲ ਸਕਲ ਨੇਰੇ ਤਬ ਆਇਓ। ਸਾਰੇ ਅਡੋਲ ਖੜੇ ਹੋਏ ਹਨ। ਦੂਰ ਦੂਰ ਮਹਾਰਾਜ ਜੀ ਦੀ ਆਗਿਆ ਜੋ ਹੋਈ, ਇਹ ਫਿਰ ਹੌਲੀ ਹੌਲੀ ਨੇੜੇ ਆ ਗਿਆ। ਸਤਗੁਰ ਚਰਨ ਸਰੋਜ ਤੇ ਪਨਹੀ ਨਿਕਸਾਇਓ। ਜਦ ਬਹੁਤਾ ਲਾਗੇ ਆ ਗਿਆ ਤੇ ਸਿਰ ਮਹਾਰਾਜ ਜੀ ਦੇ ਚਰਨਾਂ ਕੋਲ ਰੱਖ ਦਿੱਤਾ। ਮਹਾਰਾਜ ਜੀ ਦਾ ਇੱਕ ਬਚਨ ਹੈ, ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ। ਕੇਵਲ ਐਸਾ ਹੀ ਨਹੀਂ ਹੈ ਕਿ ਜੇ ਕੋਈ ਮਨੁੱਖ ਗੁਰੂ ਦੀ ਸ਼ਰਨ ਆਵੇ ਤੇ ਗੁਰੂ ਉਹਦਾ ਪਾਰ ਉਤਾਰਾ ਕਰ ਦਿੰਦਾ ਹੈ, ਬਲਕਿ ਅਸਲੀਅਤ ਇਹ ਜੇ ਕੋਈ ਪਸ਼ੂ ਵੀ ਆ ਜਾਏ ਤੇ ਗੁਰੂ ਉਹਦਾ ਵੀ ਪਾਰ ਉਤਾਰਾ ਕਰ ਦਿੰਦਾ। ਇਹ ਨਾਲ ਹੀ ਜਗ੍ਹਾ ਹੈ, ਗਜਗਰਾਹ ਦਾ ਮੰਦਰ ਬਣਿਆ ਹੋਇਆ। ਇਹ ਗੰਗਾ ਪਾਰ ਕਰੋ ਤੇ ਨਾਲ ਹੀ ਸੋਨਪੁਰ ਦਾ ਨਗਰ ਹੈ। ਕੋਈ ਹੋਏਗਾ ਅੱਧੇ ਘੰਟੇ ਦਾ ਰਸਤਾ, ਜ਼ਿਆਦਾ ਨਹੀਂ। ਗੁਰੂ ਤੇਗ ਬਹਾਦਰ ਜੀ ਨੇ ਇਸ ਘਟਨਾ ਦਾ ਆਪਣੀ ਬਾਣੀ 'ਚ ਕਈ ਵਾਰੀ ਜ਼ਿਕਰ ਕੀਤਾ। ਜਬ ਹੀ ਸ਼ਰਨ ਗਹੀ ਕਿਰਪਾ ਨਿਧ ਗਜ ਗਰਾਹ ਤੇ ਛੂਟਾ, ਮਹਿਮਾ ਨਾਮ ਕਹਾਂ ਲੋ ਬਰਨੋ, ਰਾਮ ਕਹਿਤ ਬੰਧਨ ਤੇ ਟੂਟਾ। ਇਹ ਨਾਲ ਹੀ ਹੈ, ਇੱਥੋਂ ਜ਼ਿਆਦਾ ਦੂਰ ਨਹੀਂ ਹੋਏਗਾ, ਕੋਈ ਅੱਧੇ ਪੌਣੇ ਘੰਟੇ ਦਾ ਰਸਤਾ। ਪਸ਼ੂ ਹੈ, ਹਾਥੀ ਮਨੁੱਖ ਨਹੀਂ ਹੈ। ਦੇਖਿਆ ਤੰਦੂਆ ਖਿੱਚ ਕੇ ਪਾਣੀ 'ਚ ਲਈ ਜਾ ਰਿਹਾ ਹੈ, ਸਰੀਰ ਦੀ ਤਾਕਤ ਮੁੱਕ ਜਾ ਰਹੀ ਹੈ, ਹੁਣ ਮਰਨਾ ਸਾਹਮਣੇ ਹੈ।
तो एक फुल या पत्ती कोई पानी च तरदी हुई देखी तो चुक के उपर नूं कीती, पूरा राम शब्द भी नहीं कह सकिया, सिर्फ राह ही मूँह निकलिया। तो परमात्मा ने अपने चक्कर नाल हाथी नूं बचा लिया, तंदवे की गर्दन कट दी, तारां कट दित्तियां। इस ढंग दे नाल जे कोई पशु भी आराधना करे गुरु उन्होंने भी छुड़ा लैंदा। मनुख की तो गल की है, कोई नाम धरीक भी होवे ते उसका भी उधार कर देंदा। नाम धरीक उधारे भगतें सैसा कौन। भगत नूं ते शंका करना ही नहीं चाहिए, वो तो नाम धरीक लोगों की भी लाज रखता। नृप कन्या के कारण एक भया पेख तारी, कामारथी स्वार्थी वाकी पैज सवारी। किन्ने सोहने बचन ने सदना जी दे। भेखधारियां की भी इज्जत रख लैंदा, बई भेख तो मेरा ही बनाया होया, ते पशुओं का भी कल्याण करता। गुरु ऐसा है, होर कोई नहीं। गुरु ऐसा है, गुर दाता गुर हिवै कर, गुर दीपक त्यों लोए, अमर पदार्थ नानका मन मानिए सुख होए। महाराज जी दे लागे आके इसने सिर रख दिता चरनां दे लागे, ते उस वेले सच्चे पातशाह जी ने हाँ जी दहन अंगुष्ठ उठाए कर ते शीस छुहायो। महाराज सच्चे पातशाह लागे खड़े ने, उन्होंने जोड़े चो चरण बाहर कढ़िया, ते चरण बाहर कढ़ के अपना दाएं चरण दा सज्जे चरण दा अंगूठा ये सप दे सिर ते रख दिता। सिख लागे डर रहे ने बई इन्ना लागे चरण रख दिता है किते मूँह च ही ना पा लवे। कुछ का मन है भी महाराज जी का चरण फड़ के परे कर लीए, महाराज ने रोकीए भी तो सप है, इनू की पता है। पर वो कौन है, गुरु नू पता है। अपने सज्जे चरण का अंगूठा उस भयानक अज दहे दे सिर ते रख दिता। पतित पुनीत को परस बहु पाप मिटायो। महाराज सच्चे पातशाह जी दे पतित पुनीत सुभाव सदका, पतितां नूं पुनीत करन वाले गुरु जी दे चरण दा स्पर्श पा के उहदे बहुत सारे पापां दा नाश हो गया। गुरु दे चरनां दी धूड़ नाश कर दिंदी। जदों अयोध्या की गल है, तुलसी जी दे कोल महाकवि तुलसी उन्हां दे कोल रहमान आए सन। उन्होंने देखिया एक हाथी सरयू नदी च नहा के बाहर निकलिया, ते अपने सिर ते मिट्टी पाउण लग पिया, पुट पुट के मिट्टी। हाथी का सुभाव है, हाथी नार नीर नवाली है, सिर छार उड़ावे, सुभाव है। असल विच वो गिले गिले अपने जिसम ते मिट्टी पा के लेप करदा है ताकि मक्खियां दा डंग ना वजे। वड्डी पिठ होंदी है, सारी जगह ना सुंड पहुँचती है ना पूछ पहुँचती। उसका एक प्राकृतिक सुभाव है, वो नहा के पिंडा गिला करके फिर मिट्टी पा लै। और इस ढंग दे नाल तुलसी जी ने सवाल किया, क्या धूर धरत निज सीस पर, कहो रहीम केहू काज। ऐ रहीम दस ये किस करके चंगा भला नहा के ते फिर पशुओं वाला काम कर रहा, मिट्टी पा रहा, कारण की है। कहो रहीम केहू काज। ते रहीम खान खाना कहन लगे, मैनू तां इंज लगता है कि जा रज मुनि पत्नी तरी सो खोजत गजराज। हाथी जड़ा ने जानदा है कि श्री राम दे कदमां दी खाक दा स्पर्श करके ते जिहड़ी अहिल्या पत्थर बनी हुई सी वो फिर दोबारे तर गई सी, पार उतारा हो गया, फिर देवी बन गई। मैनू लगता है हाथी उही धूड़ लभदा पिया भी मेरे ते पै जाए तो मैं भी तर जावां। सतगुरु जी दे चरनां दी धूड़ दा स्पर्श करदिआं
ਇਹ ਮਹਾਨ ਕ੍ਰਿਸ਼ਮਾ ਵਰਤਿਆ। ਹਾਂਜੀ, ਭਗਨ ਸੀਸ ਪਾ ਉਦਰ ਲਗ ਮਰ ਗਾ ਤਤਕਾਲਾ। ਉਹਦਾ ਜਿਹੜਾ ਸਿਰ ਸੀ ਨਾ ਉਹ ਦੋ ਟੁਕੜੇ ਹੋ ਗਿਆ। ਭਗਨ ਦਾ ਮਤਲਬ ਹੈ ਟੁਕੜੇ ਹੋ ਜਾਣ। ਪੇਟ ਤੱਕ ਉਹਦਾ ਸਰੀਰ ਫਟ ਗਿਆ ਤੇ ਤਤਕਾਲ ਉਸ ਅਜਗਰ ਦੀ ਮੌਤ ਹੋ ਗਈ। ਕਲਮਲੌਤ ਵਿੱਚ ਕਰਮ ਲਗ ਕਾਟਤ ਨਿਤ ਜਾਲਾ। ਉਹਦੇ ਸਰੀਰ ਦਾ ਜਿਉਂ ਫਟਣਾ ਹੋਇਆ ਨਾ, ਸਿਰ ਤੋਂ ਲੈ ਕੇ ਪੇਟ ਤੱਕ, ਪੂਛ ਤੱਕ ਦੋ ਹਿੱਸਿਆਂ 'ਚ ਹੋ ਗਿਆ ਤੇ ਵਿੱਚੋਂ ਟੋਕਰਿਆਂ ਦੇ ਟੋਕਰੇ ਕੀੜੇ ਨਿਕਲ ਆਏ, ਛੋਟੇ ਛੋਟੇ, ਕੁਰਬਲ ਕੁਰਬਲ ਕਰਦੇ ਹੋਏ ਕਈ ਟੋਕਰੇ ਕੀੜੇ ਉਹਦੇ ਵਿੱਚੋਂ ਨਿਕਲ ਆਏ। ਹਾਂਜੀ, ਅੰਤਰ ਕੇ ਪੂਰਨ ਹੋ ਤੋ ਆਮਿਕ ਤਿਸ ਖਾਤੇ। ਬਹੁਤ ਅੰਦਰ ਕੁਰਬਲ ਕੁਰਬਲ ਕਰਦੇ ਸਨ, ਬਹੁਤ ਸਾਰੇ, ਜਿਨ੍ਹਾਂ ਦੀ ਗਿਣਤੀ ਮਿਣਤੀ ਨਹੀਂ ਹੈ। ਨਿੱਕੇ ਨਿੱਕੇ ਵੱਡੇ ਵੱਡੇ ਕੀੜੇ ਕਿਰਮ ਕੁਰਬਲ ਕੁਰਬਲ ਕਰ ਰਹੇ ਸਨ ਤੇ ਗਿਣਤੀ ਕੋਈ ਨਹੀਂ। ਔਰ ਇਸ ਢੰਗ ਦੇ ਨਾਲ ਅੰਤਰ ਤੇ ਪੂਰਨ ਹੋਤੇ ਆਮਿਕ ਤਿਸ ਖਾਤੇ, ਉਹ ਭਰੇ ਹੋਏ ਸਨ ਉਹਦੇ ਵਿੱਚ। ਤੇ ਕਈ ਕੀੜੇ ਕੀੜਿਆਂ ਨੂੰ ਹੀ ਖਾ ਰਹੇ ਸਨ। ਉਹ ਕੀੜੇ ਪਏ ਹੋਏ ਜਿਨ੍ਹਾਂ ਨੂੰ ਵੀ ਕੀੜਿਆਂ ਨੂੰ ਵੀ ਕੀੜੇ ਪਏ ਹੋਏ। ਕਈ ਟੋਕਰੇ ਕੀੜਿਆਂ ਦਾ ਇੰਜ ਢੇਰ ਲੱਗ ਗਿਆ। ਸਦਾ ਦੇਤ ਸੰਕਟ ਅਧਿਕ ਬਸ ਚਲੇ ਨ ਜਾਤੇ। ਉਹ ਕੀੜੇ ਨੂੰ ਸਦਾ ਹੀ ਸੰਕਟ ਦੇ ਰਹੇ ਸਨ, ਦੁੱਖ ਦੇ ਰਹੇ ਸਨ, ਇਹਦਾ ਮਾਸ ਖਾ ਰਹੇ ਸਨ ਤੇ ਇਹਦਾ ਵਸ ਕੋਈ ਨਹੀਂ ਚੱਲਦਾ। ਹੁਣ ਜੇ ਬਾਹਰ ਪਿੰਡੇ ਤੇ ਕੋਈ ਮੱਖੀ ਬੈਠ ਜਾਏ, ਬੰਦਾ ਉਡਾ ਲਏ, ਸੱਪ ਪਾਸਾ ਮਾਰ ਲਏ, ਤੇ ਹੁਣ ਅੰਦਰ ਹੀ ਕੀੜੇ ਪੈ ਜਾਣ ਤੇ ਕੀ ਕਰੇ? ਨਾ ਉਡਾਏ ਜਾ ਸਕਦੇ ਨੇ, ਨਾ ਮਾਰੇ ਜਾ ਸਕਦੇ ਨੇ, ਨਾ ਡਰਾਏ ਜਾ ਸਕਦੇ ਨੇ, ਕੀ ਹੋਵੇ? ਇਹ ਸਾਰੇ ਕੀੜਿਆਂ ਦਾ ਢੇਰ ਲੱਗਿਆ ਹੋਇਆ, ਸਾਰੇ ਦੇਖ ਰਹੇ ਹਨ। ਨਿਕਟ ਖਰੇ ਸਭ ਦੇਖਤੇ ਸੁਨ ਪਹੁੰਚੇ ਤਾਏ। ਸਾਰੇ ਜਿਹੜੇ ਕੋਲ ਖੜੇ ਦੇਖ ਰਹੇ ਨੇ ਬਈ ਇਹਦੇ ਭਾਰੇ ਕੀੜੇ ਸਨ, ਬੜਾ ਵੱਡਾ ਸੰਕਟ ਸੀ, ਵਸ ਨਹੀਂ ਸੀ ਚੱਲ ਰਿਹਾ, ਇਸ ਕਰਕੇ ਉਹ ਨੇੜੇ ਛੇਤੀ ਛੇਤੀ ਆ ਗਏ ਹਨ ਦੇਖਣ ਵਾਸਤੇ। ਵਿਧੀ ਚੰਦ ਅਰ ਜੋਧਿਆ ਦੁਰ ਮੈਂ ਬਿਸਮਾਏ। ਬਹਾਦਰ ਬਾਬਾ ਵਿਧੀ ਚੰਦ ਜੀ ਤੇ ਭਾਈ ਜੋਧ ਰਾਏ ਜੀ ਬੜੇ ਵਿਸਮਤ ਹੋ ਰਹੇ ਹਨ। ਪੁੱਛਨ ਕੀਨੇ ਜੋਰ ਕਰ ਇਹ ਕਿਵੇਂ ਆਇਓ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਪੁੱਛਿਆ, ਮਹਾਰਾਜ ਬੂਝਨ ਕੀਨੇ ਜੋਰ ਕਰ ਇਹ ਕਮ ਆਇਓ। ਮਹਾਰਾਜ ਸੱਚੇ ਪਾਤਸ਼ਾਹ ਇਹ ਸੱਪ ਤੁਹਾਡੇ ਕੋਲ ਕੀ ਲੈਣ ਆਇਆ? ਤੇ ਆਪ ਜੀ ਨੇ ਇਹਦੇ ਸੀਸ ਤੇ ਚਰਨ ਦਾ ਅੰਗੂਠਾ ਛੁਆਇਆ, ਭਲਾ ਹੀ ਕੀਤਾ, ਉਹ ਤਾਂ ਪਤਾ ਹੈ, ਪਰ ਮਹਾਰਾਜ ਇਹ ਕਾਰਨ ਕੀ ਹੈ? ਚਰਨ ਛੁਵਤ ਹੀ ਆਪ ਕੋ ਨਿਜ ਤਨ ਮੁਕਤਾ। ਮਹਾਰਾਜ ਸੱਚੇ ਪਾਤਸ਼ਾਹ ਫਿਰ ਆਪ ਜੀ ਦਾ ਚਰਨ ਕਮਲ ਦਾ ਸਪਰਸ਼ ਕਰਦਿਆਂ ਹੀ ਇਹਦੀ ਆਪਣੇ ਭਾਰੀ ਭਰਕਮ ਕੀੜਿਆਂ ਭਰੇ ਸਰੀਰ ਤੋਂ ਮੁਕਤੀ ਹੋ ਗਈ ਹੈ। ਪਰੇ ਕਿਰਮ ਕਿਮ ਕਨੇ ਤਨ ਇਹ ਅਚਰਜ ਜੋਵਾ। ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਅਚਰਜ ਕੌਤਕ ਦੇਖ ਰਹੇ ਆ ਵੀ ਕੀੜਿਆਂ ਨਾਲ ਸਰੀਰ ਭਰਿਆ ਹੋਇਆ, ਇਹ ਕਿਸ ਤਰ੍ਹਾਂ ਹੋ ਗਿਆ? ਕਾਰਨ ਕੀ ਹੈ? ਸੱਪ ਅਜਗਰ ਕੀੜਿਆਂ ਨਾਲ ਤੜਪ ਰਿਹਾ ਸੀ। ਇਹ ਕਲਮਲ ਕੇ ਕਰੇ ਤੇਮ ਦੁਖ ਫਲ ਹੋਵਾ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹੜਾ ਪਾਪ ਕੀਤਾ ਹੈ, ਕਿਹੜਾ ਕੁਕਰਮ ਕੀਤਾ ਹੈ ਜਿਹੜਾ ਇਹਨੂੰ ਫਲ ਮਿਲਿਆ ਤੇ ਇਸ ਤਰ੍ਹਾਂ ਕੀੜੇ ਭਰ ਗਏ ਹਨ। ਸ੍ਰੀ ਹਰਿ ਗੋਬਿੰਦ ਸਵਨ ਸੋ ਇਹ ਗਾਥ ਉਚਾਰੀ। ਫਿਰ ਮਹਿਮਾ ਦੇ ਮਾਲਕ ਸ੍ਰੀ ਹਰੀ ਗੋਬਿੰਦ ਪਾਰ ਬ੍ਰਹਮ ਪਰਮੇਸ਼ਵਰ ਜੋਤ ਪਰਮ ਸਤਕਾਰਣੀਏ ਅਰਚਨੀਏ ਬੰਦਨੀਏ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਰਿਆਂ ਨਾਲ ਸੱਪ ਦੀ ਗਾਥਾ ਸਾਂਝੀ ਕੀਤੀ ਹੈ। ਪੂਰਬ ਜਨਮ ਮਹੰਤ ਇਹ ਬਿਦਤਿਓ ਜਗ ਭਾਰੀ। ਮਹਾਰਾਜ ਕਹਿਣ ਲੱਗੇ ਪਿਛਲੇ ਜਨਮ ਵਿੱਚ ਇਹ ਬੜਾ ਵਿਖਿਆਤ ਮਹੰਤ ਹੈਗਾ ਸੀ, ਬੜੇ ਦੂਰ ਦੂਰ ਤੱਕ ਇਹਦਾ ਜਸ ਫੈਲਿਆ ਹੋਇਆ ਸੀ, ਬੜੇ ਲੋਕ ਇਹਦੇ ਸੇਵਕ ਬਣੇ ਹੋਏ ਸਨ ਤੇ ਬੜਿਆਂ ਨੂੰ ਇਹ ਸਰਾਪ ਵਰਦਾਨ ਆਦਿਕ ਦਿੰਦਾ ਸੀ। ਹਾਂਜੀ, ਚੌਂ ਦਿਸ ਕੇ ਨਰ ਮਨ ਤਾ ਕਰ ਸੀਸ ਨਿਵਾਵੇ। ਤੇ ਚਾਰੇ ਪਾਸਿਆਂ ਦੇ ਲੋਕ ਇਹਦੀ ਮਾਨਤਾ ਕਰਦੇ ਸਨ, ਸਿਰ ਨਿਵਾਉਂਦੇ ਸਨ। ਅਨਕ ਪਦਾਰਥ ਆਨ ਕਰ ਇਸ ਕੋ ਅਰ ਪਾਵੇ। ਅਨੇਕਾਂ ਤਰ੍ਹਾਂ ਦੇ ਪਦਾਰਥ ਲਿਆ ਕੇ ਇਹਨੂੰ ਭੇਟਾ ਕਰਦੇ ਸਨ,
ਜਦ ਇਹ ਮਨੁੱਖ ਜਾਮੇ 'ਚ ਮਹੰਤ ਬਣਿਆ ਹੋਇਆ ਸੀ। ਜਿਤੇ ਕੇ ਰਮ ਤਨ ਮੈਂ ਪਰੇ ਸਗਰੇ ਤਬ ਚੇਲੇ। ਮਹੰਤ ਦਾ ਮਤਲਬ ਹੈ ਵੱਡਾ ਮਹਾਤਮਾ। ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ ਮਹਾਤਮਾ, ਵੱਡਾ ਮਹਾ ਆਤਮਾ, ਪਵਿੱਤਰ ਆਤਮਾ, ਪ੍ਰਮਾਤਮਾ ਰੂਪ। ਪਰ ਪਖੰਡੀ ਕੋਈ ਹੋਵੇ ਤੇ ਆਖੇ ਮੈਂ ਮਹੰਤ ਹਾਂ, ਮੈਂ ਸੰਤ ਹਾਂ, ਤੇ ਫਿਰ ਉਹਦਾ ਇਹ ਹੀ ਹਾਲ ਹੁੰਦਾ ਹੈ। ਉਹ ਫਿਰ ਇਸ ਤਰ੍ਹਾਂ ਹੀ ਉਹਦਾ ਜੀਵਨ ਵੀ ਕੀੜਿਆਂ ਵਰਗਾ ਹੀ ਹੁੰਦਾ। ਤੁਹਾਨੂੰ ਕਈ ਮਿਲ ਜਾਣਗੇ ਗੁਰੂ ਬਣਾ ਕੇ ਲੋਕ ਪੂਜਦੇ ਸਨ ਤੇ ਫਿਰ ਹੁਣ ਜੇਲ੍ਹਾਂ 'ਚ ਬੈਠੇ ਹੋਏ ਨੇ, ਭੈੜੇ ਇਲਜ਼ਾਮ ਲੈ ਕੇ ਜੇਲ੍ਹਾਂ ਵਿੱਚ ਸਜ਼ਾਵਾਂ ਭੋਗਦੇ ਪਏ ਨੇ, ਆਪਣੇ ਦਿਨ ਕੱਟੀ ਕਰ ਰਹੇ, ਦਿਨ ਜ਼ਿੰਦਗੀ ਦੇ ਪੂਰੇ ਕਰ ਰਹੇ। ਇਸ ਤਰ੍ਹਾਂ ਬਚਣਾ ਚਾਹੀਦਾ ਇਹਨਾਂ ਲੋਕਾਂ ਕੋਲੋਂ ਜਿਹੜੇ ਪਖੰਡ ਜਾਲ ਰਚ ਕੇ ਤੇ ਦਿਖਾਵੇ ਕਰਕੇ ਤੇ ਆਪਣੀ ਜੈ ਜੈਕਾਰ ਕਰਵਾ ਕੇ ਭੋਲੀ ਭਾਲੀ ਜਨਤਾ ਨੂੰ ਠੱਗਦੇ ਰਹਿੰਦੇ। ਇਹੋ ਜਿਹੇ ਲੋਕਾਂ ਕੋਲੋਂ ਬਚਣਾ ਚਾਹੀਦਾ। ਇਹਨਾਂ ਕੋਲੋਂ ਤਾਂ ਜੋ ਜਨ ਪਰੇ ਰਹਿਣਾ ਚਾਹੀਦਾ। ਮਹਾਰਾਜ ਦਾ ਬਚਨ ਹੈ, ਸੰਤ ਸ਼ਰਨ ਜੋ ਜਨ ਪਰੈ ਸੋ ਨਰ ਉਦਰਨਹਾਰ। ਪਰ ਇਸ ਜੋਜਨ ਨੂੰ ਜੇ ਵੱਖਰਾ ਕਰੀਏ ਨਾ ਤੇ ਇਹੋ ਜਿਹੇ ਪਖੰਡੀਆਂ ਤੋਂ ਜੋਜਨ ਪਰੇ ਹੀ ਰਹੋ, ਦੂਰ ਦੂਰ ਰਹੋ, ਨੇੜੇ ਨਾ ਜਾਓ। ਜਿਵੇਂ ਕਬੀਰ ਕਹਿੰਦੇ ਨੇ, ਐਸੇ ਸੰਤ ਨਾ ਮੋਕੋ ਭਾਵੈ ਡਾਲਾ ਸਿਉ ਪੇਟਾ ਗਟਕਾਵੈ। ਇਹੋ ਜਿਹੇ ਸੰਤ ਨਹੀਂ ਚੰਗੇ ਲੱਗਦੇ। ਆਪ ਨਾ ਦੇਹ ਚੁਰੂ ਪਰ ਪਾਣੀ ਤੇ ਨਿੰਦੈ ਜੇ ਗੰਗਾ ਨਹੀਂ। ਇਸ ਤਰ੍ਹਾਂ ਦੇ ਜਿਹੜੇ ਪਖੰਡੀ ਨੇ ਪਤਾ ਚੱਲ ਜਾਂਦਾ, ਥੋੜ੍ਹਾ ਸਮਾਂ ਨਾਲ ਵਿਚਰੋ ਤੇ ਪਤਾ ਚੱਲ ਜਾਂਦਾ ਵੀ ਪਖੰਡੀ ਹੈ ਕਿ ਵਾਕਈ ਕੋਈ ਕਣੀ ਜੀਵਨ ਵਿੱਚ ਹੈ। ਤੁਹਾਨੂੰ ਬਹੁਤ ਇਸ ਤਰ੍ਹਾਂ ਦੇ ਵੀ ਗੁਰੂ ਮੇਹਰ ਸਦਕਾ ਮਿਲਣਗੇ। ਜਿਵੇਂ ਮੈਂ ਹੁਣੇ ਸੰਤ ਰਾਮ ਸਿੰਘ ਜੀ ਦਾ ਜ਼ਿਕਰ ਕੀਤਾ, ਸੰਤ ਬਾਬਾ ਕਰਤਾਰ ਸਿੰਘ ਜੀ ਠੱਠੇ ਟਿੱਬੇ ਵਾਲੇ ਮਹਾਂਪੁਰਖ, ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਮਹਾਂਪੁਰਖ। ਇਹਨਾਂ ਮਹਾਂਪੁਰਖਾਂ ਦੇ ਦਰਸ਼ਨ ਮੈਨੂੰ ਮਿਲੇ ਹੋਏ, ਪ੍ਰਾਪਤ ਹੋਏ। ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਮਹਾਂਪੁਰਖ, ਸੰਤ ਬਾਬਾ ਈਸ਼ਰ ਸਿੰਘ ਜੀ। ਇਸ ਤਰ੍ਹਾਂ ਇਹ ਬੰਦਗੀ ਵਾਲੀਆਂ ਰੂਹਾਂ ਜਿਨ੍ਹਾਂ ਦੇ ਕੋਲ ਬੈਠਿਆਂ ਹੀ ਆਪਣੇ ਆਪ ਝਰਨਾਹਟ ਛਿੜ ਜਾਂਦੀ, ਬੰਦਾ ਨਾਮ ਜਪਣ ਲੱਗ ਪੈਂਦਾ। ਐਸੇ ਮਹਾਂਪੁਰਖਾਂ ਦੇ ਬੋਲ ਪੂਰੇ ਹੁੰਦੇ ਨੇ, ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੈ। ਪੰਡਤ ਸੰਤ ਨਿਸ਼ਚਲ ਸਿੰਘ ਜੀ ਸਨ ਯਮੁਨਾ ਨਗਰ ਵਾਲੇ, ਵੱਡੇ ਮਹਾਤਮਾ। ਇਸ ਤਰ੍ਹਾਂ ਦੇ ਤੁਹਾਨੂੰ ਹੋਰ ਮਿਲ ਜਾਣਗੇ ਜਿਨ੍ਹਾਂ ਨੂੰ ਅਸੀਂ ਜਾਣਦੇ ਵੀ ਨਹੀਂ, ਹਮੇਸ਼ਾ ਹੀ ਹੁੰਦੇ। ਉਹਨਾਂ ਤੋਂ ਬਿਨਾਂ ਜਗਤ ਖਾਲੀ ਨਹੀਂ ਹੁੰਦਾ। ਪਰ ਸਾਧ ਸੰਗਤ, ਨਕਲੀ ਸੋਨਾ ਬਾਜ਼ਾਰ ਵਿੱਚ ਤਾਂ ਹੀ ਵਿਕਦਾ ਹੈ ਕਿ ਕੋਈ ਅਸਲੀ ਸੋਨਾ ਵੀ ਹੁੰਦਾ ਹੈ। ਸਾਰੇ ਨਕਲੀ ਨਹੀਂ ਹੁੰਦੇ। ਪਰ ਇਹ ਗੱਲ ਵੱਖਰੀ ਹੈ ਵੀ ਅਸਲੀ ਤੋਲਿਆਂ 'ਚ ਵਿਕਦਾ ਹੈ ਤੇ ਨਕਲੀ ਤੇ ਮਣਾਂ 'ਚ ਵਿਕਦਾ, ਟੰਨਾਂ 'ਚ ਵਿਕਦਾ। ਸਿਰਫ ਚਮਕਦਾ ਹੈ ਪਰ ਸੋਨਾ ਨਹੀਂ। ਇਸ ਤਰ੍ਹਾਂ ਬਹੁਤ ਸਾਰੇ ਨੇ। ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ। ਇਸ ਲਈ ਸਤਿਗੁਰੂ ਜੀ ਨੇ ਤੇ ਸਾਨੂੰ ਇਸ ਪਖੰਡ ਜਾਲ ਤੋਂ ਮੁਕਤ ਹੀ ਕਰ ਦਿੱਤਾ, ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜ ਕੇ। ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਪਰਖਣ ਦੀ ਲੋੜ ਹੀ ਨਹੀਂ, ਸਭ ਕੁਝ ਸਾਹਮਣੇ ਮੌਜੂਦ ਹੈ। ਸਾਰੀਆਂ ਬਰਕਤਾਂ ਇਨਾਇਤਾਂ ਨਵਨਿਧੀ 18 ਸਿੱਧੀ ਖੜੀ ਰਹੇ ਤੇ ਸਦਵਾਰ ਜਹਾਂ ਰਹੇ ਸ੍ਰੀ ਗ੍ਰੰਥ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜ ਦਿੱਤਾ, ਮਿਹਰ ਕਰ ਦਿੱਤੀ, ਬਖਸ਼ਿਸ਼ ਕਰ ਦਿੱਤੀ। ਪਰ ਇਹੋ ਜਿਹੇ ਪਖੰਡੀ ਬਹੁਤ ਜੋ ਆਪਣੀ ਪੂਜਾ ਕਰਾਉਣਗੇ, ਮੱਥੇ ਟਿਕਵਾਉਣਗੇ ਤੇ ਮੁੜ ਕੇ ਸੱਪ ਬਣਨਗੇ ਤੇ ਚੇਲਿਆਂ ਨੂੰ ਵੀ ਕੀੜੇ ਬਣਾਉਣਗੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹ ਪੁਰਾਣੇ ਜਨਮ, ਇੱਕ ਪਿਛਲੇ ਜਨਮ ਮਹੰਤ ਸੀ ਤੇ ਚਾਰੇ ਪਾਸਿਆਂ ਤੋਂ ਲੋਕ ਆ ਕੇ ਇਹਨੂੰ ਮੱਥੇ ਟੇਕਦੇ ਸਨ। ਔਰ ਬੜਾ ਵੱਡਾ ਇਹਨੇ ਆਪਣਾ ਜਾਲ ਬਣਾਇਆ ਹੋਇਆ ਸੀ। ਹੋਏ ਵਡਾਈ ਜਗਤ ਬੜ ਇਸ ਹਿਤ ਕਰ ਮੇਲੇ। ਔਰ ਇਸ ਤਰ੍ਹਾਂ ਦੇ ਨਾਲ ਇਹਦੀ ਵਡਿਆਈ ਵੀ ਬੜੀ ਸੀ। ਚਾਰੋਂ ਪਾਸੇ ਇਕੱਠੇ ਕੀਤੇ ਸਣੇ ਨੇ ਬੜੇ ਚੇਲੇ, ਏਜੰਟ ਬਣੇ ਹੁੰਦੇ। ਕੋਈ ਬਾਹਰੋਂ ਆਇਆ ਤੇ ਉਹਨੂੰ ਪਹਿਲਾਂ ਹੀ ਪੁੱਛ ਲੈਣਗੇ, ਬਈ ਕਿਹੜੇ ਕੰਮ ਆਇਆ ਭਾਈ? ਅਸੀਂ ਵੀ ਆਏ ਆ, ਤੂੰ ਕਿਹੜੇ ਕੰਮ ਆਇਆ? ਤੇ ਅਗਲਾ ਕਹਿੰਦਾ, ਜੀ ਮੈਂ ਤਾਂ ਪੁੱਤਰ ਦੀ ਖਾਸ ਲੈ ਕੇ ਆਇਆ, ਵੀ ਪੁੱਤਰ ਹੋਵੇ।
ਤੁਸੀਂ ਕਿਹੜੀ ਖਾਸ ਲੈ ਕੇ ਆਏ ਹੋ? ਜੀ ਅਸੀਂ ਵੀ ਇਹੀ ਖਾਸ ਲੈ ਕੇ ਆਏ। ਫਿਰ ਉਹ ਅਗਲੇ ਨੂੰ ਇਸ਼ਾਰਾ ਕਰ ਦਿੰਦਾ ਵੀ ਇਹ ਪੁੱਤਰ ਵਾਸਤੇ ਆਏ, ਤੇ ਬਾਬਾ ਅੰਦਰ ਬੈਠਾ ਹੁੰਦਾ ਹੈ। ਉਹ ਫਿਰ ਜਾਂਦਿਆਂ ਸਾਰ ਹੀ ਕਹਿੰਦਾ, ਅੱਛਾ ਪੁੱਤਰ ਨਹੀਂ ਤਾਂ ਆਏ ਹੋ? ਤੇ ਉਹ ਕਹਿੰਦੇ, ਲੈ ਇਹ ਤਾਂ ਅੰਤਰਯਾਮੀ ਹੈ। ਅੰਤਰਯਾਮੀ ਨਹੀਂ ਹੈ, ਇਹ ਮੰਤਰਜਾਮੀ ਹੈ, ਪਹਿਲੇ ਹੀ ਮੰਤਰ ਪੜਾਇਆ ਹੋਇਆ। ਦੂਜਾ ਆਇਆ, ਫਿਰ ਉਹਨੂੰ ਪੁੱਛ ਲਿਆ ਵੀ ਭਾਈ ਅਸੀਂ ਤਾਂ ਬੜੇ ਦੁਖਿਆਰੇ ਹਾਂ, ਤੁਸੀਂ ਕਿਹੜੇ ਕੰਮ ਆਏ ਹੋ? ਉਹ ਕਹਿੰਦਾ ਜੀ ਸਾਡਾ ਤਾਂ ਮੁਕੱਦਮਾ ਫਸਿਆ ਹੋਇਆ, ਉਹਦੇ ਲਈ ਆਏ। ਫਿਰ ਇਸ਼ਾਰਾ, ਅੱਛਾ ਮੁਕੱਦਮਾ ਫਸਿਆ ਹੋਇਆ ਤਾਂ ਆਏ ਹੋ? ਅਗਲਾ ਸੋਚਦਾ, ਲੈ ਇਹੋ ਜਿਹਾ ਤਾਂ ਕੋਈ ਹੋਣਾ ਹੀ ਨਹੀਂ। ਤੇ ਫਿਰ ਉਹ ਆਪ ਸੱਪ ਬਣਦੇ ਨੇ ਤੇ ਆਪਣੇ ਸੇਵਕਾਂ ਨੂੰ ਕੀੜੇ ਬਣਾਉਂਦੇ। ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਇਹਨਾਂ ਨਾਲ ਜੁੜਿਆ ਇਹ ਹੁੰਦਾ, ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਕੋਈ ਹੋਰ ਦੇਵੀ ਦੇਵਤਾ ਆਪਣੇ ਸੇਵਕ ਨੂੰ ਪਰਮਾਤਮਾ ਨਹੀਂ ਬਣਾ ਸਕਦਾ। ਕੇਵਲ ਤੇ ਕੇਵਲ ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਸੇਵਕ ਨੂੰ ਪਰਮਾਤਮਾ ਬਣਾ ਦਿੰਦੇ। ਇੱਕ ਜੈਕਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਵਿੱਚ ਹੋਰ ਗੱਜ ਕੇ ਬੁਲਾਓ। ਸਾਰੇ ਬੁਲਾਓ, ਸਾਰੇ ਸਾਰਿਆਂ ਨੇ ਨਹੀਂ ਬੁਲਾਇਆ, ਸਾਰੇ ਬੁਲਾਓ। ਇਹ ਸਾਨੂੰ ਗੁਰੂ ਮਿਲਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਇੱਥੇ ਉੱਥੇ ਰਖਵਾਲਾ, ਪ੍ਰਭ ਸਤਿਗੁਰ ਦੀਨ ਦਿਆਲਾ, ਲੋਕ ਪਰਲੋਕ ਵਿੱਚ ਰਾਖੀ ਕਰਨ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਤੇ ਫਿਰ ਜੇ ਇਹਨਾਂ ਨੂੰ ਛੱਡ ਕੇ ਹੋਰ ਪਾਸੇ ਜਾਈਏ, ਪ੍ਰਭੂ ਛੋੜ ਅੰਨ ਲਾਗੇ ਨਰਕ ਸਮਝੀਏ, ਉਹ ਫਿਰ ਜੀਵਨ ਨਰਕ ਹੀ ਹੋ ਗਿਆ। ਮਹਾਰਾਜ ਕਹਿਣ ਲੱਗੇ, ਇਸ ਤਰ੍ਹਾਂ ਇਹ ਕਰਦਾ ਸੀ, ਬੜੀ ਦੂਰ ਦੂਰ ਤੱਕ ਏਜੰਟ ਰੱਖੇ ਸਨ, ਤਨਖਾਹਾਂ ਦਿੰਦਾ ਸੀ ਤੇ ਆਪਣੀ ਜੈ ਜੈਕਾਰ ਪਖੰਡ ਵਿੱਚ ਕਰਾਉਂਦਾ ਸੀ। ਤੇ ਸੰਬੰਧ ਸਿਰਫ ਇਹਦਾ ਅਮੀਰਾਂ ਨਾਲ ਸੀ, ਬਹੁਤਿਆਂ ਨਾਲ। ਇਹੋ ਜਿਹੇ ਸੰਤ ਗਰੀਬਾਂ ਕੋਲ ਨਹੀਂ ਜਾਂਦੇ। ਗਰੀਬਾਂ ਕੋਲੋਂ ਕੀ ਲੈਣਾ? ਉਹ ਅਮੀਰਾਂ ਦੇ ਘਰਾਂ 'ਚ ਉਤਾਰੇ ਕਰਦੇ ਨੇ, ਵੱਡੇ ਵੱਡੇ ਧਨਾਡਾਂ ਦੇ ਘਰਾਂ 'ਚ ਉਤਾਰੇ ਕਰਦੇ ਨੇ। ਬਈ ਜੇ ਔਖਾ ਸੌਖਾ ਹੋ ਕੇ ਵੀ ਥੋੜ੍ਹਾ ਬਹੁਤਾ ਵੀ ਦੇਵੇਗਾ ਤੇ 2-4 ਲੱਖ ਤੇ ਕੱਢੇਗਾ ਹੀ। ਤੇ ਗਰੀਬ ਕੋਲ ਕੀ ਜਾਣਾ ਜਿਹਦੇ ਭਾਂਡੇ ਵੀ ਹੈ ਨਹੀਂ, ਜੇ ਬੜਾ ਖੁਸ਼ ਵੀ ਹੋ ਜਾਏਗਾ ਬਈ ਬਾਬੇ ਮੇਰੇ ਘਰ ਆਏ, ਦੇਣਾ ਕੀ ਹੈ ਵਿਚਾਰਾ? ਇੱਕ ਅੱਧਾ ਮਣ ਕਣਕ ਦੇ ਦੇਗਾ, ਹੋਰ ਕੀ ਦੇ ਦੇਗਾ? ਕੋਈ ਮਾੜਾ ਮੋਟਾ ਸਮਾਨ ਦੇ ਦੇਗਾ, ਜਿਹੜਾ ਉਹਦੇ ਕੋਲ ਹੈ ਉਹੀ ਦੇਣਾ। ਫਿਰ ਵੱਡਿਆਂ ਵੱਡਿਆਂ ਅਮੀਰਾਂ ਦੇ ਘਰ ਬੜੇ ਬੜੇ ਸੰਤ, ਉਦਾਸੀ, ਸੰਨਿਆਸੀ, ਤਿਆਗੀ, ਬੈਰਾਗੀ, ਯੋਗੀ, ਸਰੇਵੜੇ, ਜੰਗਮ, ਸਾਰੇ ਮਲਕ ਭਾਗੋ ਦੇ ਘਰ ਠਹਿਰੇ ਸਨ। ਸਾਰੇ ਮਲਕ ਭਾਗੋ ਦੇ ਘਰ ਠਹਿਰੇ ਸਨ। ਦੁਨੀਆ ਦੇ ਪਹਿਲੇ ਜਿਨ੍ਹਾਂ ਦੇ ਚਰਨਾਂ ਦੀ ਧੂੜ ਸੰਤ ਬਣਾ ਦਿੰਦੀ ਹੈ, ਪਹਿਲੇ ਮਹਾ ਸੰਤ ਗੁਰੂ ਨਾਨਕ ਭਾਈ ਲਾਲੋ ਦੇ ਘਰ ਠਹਿਰੇ ਸਨ। ਤੇ ਉਹਦੇ ਕੋਲ ਤੇ ਕੁਦਰਾ ਹੀ ਸੀ, ਮਹਾਰਾਜ ਨੇ ਉਹੀ ਛਕਿਆ ਤੇ ਉਹਦਾ ਕੁਦਰਾ ਹੀ ਉਹਨੂੰ ਅਮਰ ਵੀ ਕਰ ਗਿਆ। 7 ਵਾਰ ਗੁਰੂ ਨਾਨਕ ਨੇ, ਗਰੀਬ ਨਵਾਜ਼ ਸਾਹਿਬ ਨੇ ਉਹਦਾ ਇੱਕ ਸ਼ਬਦ ਵਿੱਚ ਨਾਮ ਲਿਆ। 7 ਵਾਰ, ਹੋਰ ਕਿਸੇ ਦਾ 7 ਵਾਰੀ ਨਾਮ ਨਹੀਂ, ਭਾਈ ਲਾਲੋ ਦਾ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ, ਵੇ ਲਾਲੋ ਵੇ ਲਾਲੋ ਵੇ ਲਾਲੋ। 7 ਵਾਰੀ ਮਹਾਰਾਜ ਨੇ ਨਾਮ ਲਿਆ। ਤਾਂ ਹੀ ਤੇ ਆਖਿਆ ਜਾਂਦਾ ਗੁਰੂ ਗਰੀਬ ਨਵਾਜ਼ ਹੈ। ਅਮੀਰ ਨਵਾਜ਼ ਤੇ ਸਾਰੀ ਦੁਨੀਆ ਹੀ ਹੈ। ਅਮੀਰ ਆ ਜਾਏ ਤੇ ਕੁੱਕਰ ਵਾਂਗੂ ਪਰਿਕਰਮਾ ਕਰਨਗੇ, ਤੇ ਗਰੀਬ ਸੱਕਾ ਭਰਾ ਵੀ ਹੋਵੇ ਤੇ ਸਿੱਧੇ ਮੂੰਹ ਨਹੀਂ ਬੋਲਣਗੇ। ਪਰ ਕੋਈ ਗਰੀਬਾਂ ਨੂੰ ਨਿਵਾਜਣ ਵਾਲਾ ਹੈ, ਉਹ ਤਿੰਨਾਂ ਲੋਕਾਂ 'ਚ ਹੋਰ ਕੋਈ ਨਹੀਂ ਹੈ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਹੜੇ ਆਪਣੇ ਸੇਵਕ ਕੀ ਆਪੇ ਰੱਖੈ, ਆਪੇ ਨਾਮ ਜਪਾਵੈ। ਜਹ ਜਹ ਕਾਜ ਕਰਤ ਸੇਵਕ ਕੀ, ਤਹਾਂ ਤਹਾਂ ਉਠ ਧਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੇ। ਮਹਾਰਾਜ ਕਹਿਣ ਲੱਗੇ, ਬੜੇ ਸਾਰੇ ਪਾਸੇ ਚੇਲੇ ਰੱਖੇ ਹੋਏ ਸਨ, ਉਹ ਬੜੀ ਵਡਿਆਈ ਕਰਦੇ ਸਨ
ਤੇ ਆਪਣੇ ਸਵਾਰਥ ਲਈ ਮਿਲਦੇ ਸਨ। ਅਹੰਕਾਰ ਉਰ ਮੈਂ ਬੜੋ ਮਮ ਸਮਨਹਿ ਦੂਜਾ। ਬੜਾ ਹੰਕਾਰ ਸੀ ਮਨ ਵਿੱਚ, ਵੀ ਮੇਰੇ ਵਰਗਾ ਕੋਈ ਹੈ ਹੀ ਨਹੀਂ। ਬੜੇ ਬੜੇ ਅਮੀਰ ਵਜ਼ੀਰ ਮੈਨੂੰ ਮੱਥੇ ਟੇਕਦੇ ਹਨ। ਰਹਿੰਦੇ ਇਸ ਸਭ ਬੰਦਨਾ ਚਰਨਨ ਕੀ ਪੂਜਾ। ਤੇ ਸਾਰਾ ਇਲਾਕਾ ਮਹਾਰਾਜ ਕਹਿਣ ਲੱਗੇ ਇਹਨੂੰ ਮੱਥੇ ਟੇਕਦਾ ਸੀ, ਚਰਨਾਂ ਨੂੰ ਪੂਜਦਾ ਸੀ। ਸਿਮਰਿਓ ਨਹਿ ਕਰਤਾ ਪੁਰਖ ਸੁਭ ਕਰਮ ਨ ਕੀਨਾ। ਇਹ ਰਹਿ ਗਿਆ ਚਾਲਬਾਜ਼ੀਆਂ 'ਚ, ਜਾਲ ਬੁਣਨ ਵਿੱਚ, ਛਲ ਕਪਟ ਵਿੱਚ ਰਹਿ ਗਿਆ। ਪੂਜਾ ਤਾਂ ਹੁੰਦੀ ਰਹੀ ਤੇ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਨਾ ਸਿਮਰਿਆ ਤੇ ਨਾ ਕੋਈ ਸ਼ੁਭ ਕਰਮ ਕੀਤਾ। ਗੰਚੇਲਨ ਕਰਬੋ ਭਜਨ ਉਪਦੇਸ਼ ਨ ਦੀਨਾ। ਚੇਲੇ ਦੇ ਬਹੁਤ ਸਣ ਤੇ ਇਹਨੇ ਨਾਮ ਜਪਣ ਦਾ ਉਪਦੇਸ਼ ਵੀ ਨਹੀਂ ਕਿਸੇ ਨੂੰ ਦਿੱਤਾ। ਸਾਧ ਸੰਗਤ ਤਾਂ ਹੀ ਦਿੰਦਾ ਨਾ ਜੇ ਆਪ ਜਪਦਾ ਹੁੰਦਾ। ਤੇ ਆਪ ਦੇ ਨੇ ਮੁਹਾਵਰਾ ਬਣਾਇਆ ਸੀ ਬਈ ਦੁਨੀਆ ਠੱਗੋ ਮੱਕਰ ਨਾਲ ਤੇ ਰੋਟੀ ਖਾਓ ਸ਼ੱਕਰ ਨਾਲ। ਪਖੰਡੀ ਸੀ ਵੱਡਾ। ਮਹਾਰਾਜ ਕਹਿਣ ਲੱਗੇ ਨਾ ਇਹਨੇ ਆਪ ਜਪਿਆ ਤੇ ਨਾ ਕਿਸੇ ਨੂੰ ਜਪਣ ਦੀ ਪ੍ਰੇਰਣਾ ਕੀਤੀ। ਹੰਕਾਰ ਤਿਹੀ ਮਰ ਗਇਓ ਜੋਨੀ ਇਹ ਪਾਈ। ਹੰਕਾਰ ਕਰਦਾ ਕਰਦਾ ਧਨ ਦੇ ਲਾਲਚ ਵਿੱਚ ਜੋੜਦਾ ਜੋੜਦਾ ਮਰ ਗਿਆ ਤੇ ਅਗਲੀ ਜੂਨ ਆ ਸੱਪ ਦੀ, ਅਜਗਰ ਦੀ ਮਿਲੀ ਹੈ। ਲੋਕ ਪਰਲੋਕ ਸੁਖ ਤੇ ਰਖੇ ਸੋ ਕਿਰਮ ਸਮੁਦਾਈ। ਇਹ ਲੋਕ ਪਰਲੋਕ ਵਿੱਚ ਸੁਖ ਦੇ ਰੱਖੇ, ਨਾ ਲੋਕ ਦਾ ਸੁਖ ਇਹਦੇ ਚੇਲਿਆਂ ਨੂੰ ਮਿਲ ਸਕਿਆ। ਧਨ ਤਾਂ ਇਹ ਖੋਹ ਲੈਂਦਾ ਰਿਹਾ ਤੇ ਪਰਲੋਕ ਅੱਗੇ ਦਾ ਬੂਹਾ ਹੀ ਨਹੀਂ ਖੁੱਲਿਆ। ਲੋਕ ਪਰਲੋਕ ਦੇ ਸੁੱਖਾਂ ਤੋਂ ਇਹਨੇ ਆਪਣੇ ਚੇਲਿਆਂ ਨੂੰ ਵਾਂਝਾ ਕਰ ਦਿੱਤਾ। ਕਾਟ ਕਾਟ ਗਨ ਖਾਤ ਹੈ ਨ ਇਨੈ ਉਧਾਰ। ਉਹ ਸਾਰੇ ਚੇਲੇ ਦੇ ਕਿਰਮ ਬਣ ਗਏ, ਕੀੜੇ ਬਣ ਗਏ ਤੇ ਦਿਨ ਰਾਤ ਇਹਨੂੰ ਕੱਟ ਕੱਟ ਕੇ ਖਾ ਰਹੇ ਨੇ ਔਰ ਨ ਇਹਨੇ ਉਧਾਰਾ, ਇਹਨਾਂ ਦਾ ਕਲਿਆਣ ਨਹੀਂ ਕਰ ਸਕਿਆ। ਪਲਟਾ ਪੂਰਬ ਜਨਮ ਕੋ ਲੈ ਤੇ ਇਸ ਬਾਰ। ਇਹ ਜਿਹੜੇ ਸਾਰੇ ਚੇਲੇ ਨੇ ਇਹਦਾ ਹੀ ਧਿਆਨ ਕਰਦੇ ਸਨ, ਇਹਦੀ ਫੋਟੋ ਨਹੀਂ ਮੱਥਾ ਟੇਕਦੇ ਸਨ, ਇਹਦੇ ਹੀ ਲੋਕਟ ਗਲ 'ਚ ਪਾ ਕੇ ਫਿਰਦੇ ਸਨ। ਤੇ ਫਿਰ ਜਿਹਦਾ ਧਿਆਨ ਕਰੀਏ ਉਹਦੇ ਕੋਲ ਹੀ ਜਾਣਾ ਹੁੰਦਾ, ਕਿਉਂਕਿ ਜਿਹੜੀ ਚਿੱਠੀ ਤੇ ਪੱਤਰਕਾ ਤੇ ਜਿਹਦਾ ਐਡਰੈਸ ਲਿਖਿਆ ਜਾਂਦਾ ਉਹਦੇ ਘਰ ਹੀ ਜਾਂਦੀ ਹੈ, ਦੂਜੇ ਦੇ ਘਰ ਨਹੀਂ ਜਾਂਦੀ। ਹੁਣ ਜੇ ਮਾਮੂਲੀ ਜੀ ਗੱਲ ਹੈ, ਡਾਕ ਵਿਭਾਗ ਦੁਨਿਆਵੀ ਚੀਜ਼ ਹੈ, ਦੁਨਿਆਵੀ ਮਹਿਕਮਾ ਹੈ, ਤੇ ਜਿਹਦਾ ਨਾਂ ਲਿਖਿਆ ਚਿੱਠੀ ਉਹਦੇ ਘਰ ਭੇਜਦਾ। ਤੇ ਜਿਹੜਾ ਪਰਮਾਤਮਾ ਦਾ ਮਹਿਕਮਾ ਹੈ ਉਹ ਵੀ ਦੇਖ ਲੈਂਦਾ ਹੈ ਬਈ ਜਿਹਦਾ ਗਲ ਵਿੱਚ ਲੋਕਟ ਪਿਆ ਉਹਦੇ ਘਰ ਹੀ ਭੇਜਣਾ, ਉਹਦੇ ਕੋਲ ਹੀ ਭੇਜਣਾ। ਜੇ ਕਿਸੇ ਦੇ ਗਲ 'ਚ 5 ਕਕਾਰ ਪਏ ਹੋਏ ਨੇ ਤੇ ਫਿਰ ਜੰਮ ਤਾਂ ਮੂੰਹ ਨਹੀਂ ਕਰਦਾ। ਉਹ ਕਹਿੰਦਾ ਇਹਦਾ ਗੁਰੂ ਖੰਡੇ ਵਾਲਾ ਤੇ ਨਾ ਹੋ ਨਾ ਤੂੰ ਨਹਿ ਛੁੱਟੈ ਨਿਕਟ ਨਾ ਜਾਈਓ ਦੂਤ। ਉਹ ਪਹਿਲੇ ਹੀ ਖੁਦ ਪਰਮਾਤਮਾ ਕੋਲੋਂ ਮਾਫੀ ਮੰਗ ਲੈਂਦਾ ਵੀ ਮੈਂ ਇਹਦੇ ਕੋਲ ਨਹੀਂ ਜਾ ਸਕਦਾ, ਇਹ ਤਾਂ ਗੁਰੂ ਗੋਬਿੰਦ ਸਿੰਘ ਦਾ ਸੇਵਕ ਹੈ, ਗੁਰੂ ਨਾਨਕ ਦਾ ਸੇਵਕ ਹੈ। ਤੇ ਫਿਰ ਗੁਰੂ ਨਾਨਕ ਆਪਣੇ ਸਿੱਖ ਭੇਜ ਦਿੰਦੇ ਨੇ, ਆਪ ਵੀ ਲੈਣ ਆ ਜਾਂਦੇ। ਚਲੋ ਮੈਂ ਜਾਣਾ ਆਪਣੇ ਸੇਵਕ ਨੂੰ ਲੈ ਆਉਣਾ, ਕਿਉਂਕਿ ਸਾਡੇ ਮਸਤਕ ਤੇ ਜੀਵਨ ਦੀ ਪੱਤਰਕਾ ਤੇ ਮਸਤਕ ਤੇ ਗੁਰੂ ਗੋਬਿੰਦ ਸਿੰਘ ਦਾ ਨਾਮ ਲਿਖਿਆ ਹੋਇਆ। ਤੇ ਜੇ ਗੁਰੂ ਗੋਬਿੰਦ ਸਿੰਘ ਦਾ ਨਾਮ ਲਿਖਿਆ ਹੈ ਤੇ ਫਿਰ ਪਰਮਾਤਮਾ ਦਾ ਡਾਕ ਵਿਭਾਗ ਸਾਨੂੰ ਗੁਰੂ ਗੋਬਿੰਦ ਸਿੰਘ ਦੀ ਦਰਗਾਹ 'ਚ ਪਹੁੰਚਾਏਗਾ, ਨਰਕ 'ਚ ਨਹੀਂ ਜਾਓਗੇ। ਤੇ ਜਿਨ੍ਹਾਂ ਦੇ ਲਿਖਿਆ ਹੋਇਆ ਕੋਈ ਰਾਮ ਰਹੀਮ ਤੇ ਉਹਨੇ ਉੱਥੇ ਹੀ ਜਾਣਾ। ਇਹ ਮਹਿਕਮੇ ਦਾ ਕਸੂਰ ਨਹੀਂ ਹੁੰਦਾ, ਇਹ ਤਾਂ ਜਿਹਨੇ ਲਿਖਿਆ ਉਹਨੂੰ ਪਤਾ ਵੀ ਇਹ ਕਿੱਥੇ ਭੇਜਣਾ। ਇਸ ਲਈ ਆਪਣੇ ਜੀਵਨ ਤੇ ਆਪਣੇ ਮਸਤਕ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਲਿਖਾਓ, 5 ਕਕਾਰਾਂ ਦੇ ਧਾਰਨੀ ਹੋਵੋ, ਗੁਰੂ ਬਖਸ਼ੀਆਂ ਬਾਣੀਆਂ ਦੇ ਨਿਤਨੇਮੀ ਹੋਵੋ, ਤਾਂ ਕਿ ਜਿਸ ਦਿਨ ਇਹ ਲਿਫਾਫਾ ਡਾਕ ਵਿੱਚ ਪੈਣਾ ਨਾ, ਸਿੱਧਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਰਗਾਹ ਦੇ ਸਾਹਮਣੇ ਜਾ ਕੇ ਡਿੱਗੇ ਤੇ ਉੱਥੇ ਹੀ ਖੁੱਲੇ ਤੇ ਮਹਾਰਾਜ ਕਹਿਣ ਆਓ ਲਿਆਓ, ਅਸੀਂ ਅੰਦਰ ਲੈ ਆਉਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਿਰਮ ਕੱਟ ਕੱਟ ਕੇ ਇਸ ਨੂੰ ਖਾ ਰਹੇ ਸਨ, ਪੂਰਬਲੇ ਜਨਮ ਦਾ ਬਦਲਾ ਲੈ ਰਹੇ ਸਨ। ਆਪ ਨ ਉਦਰਿਓ ਜਗਤ ਤੇ ਨ ਸਿੱਖ ਉਬਾਰੇ। ਨਾ ਤੇ ਆਪ ਸੰਸਾਰ ਸਾਗਰ ਤੋਂ ਤਰਿਆ, ਨਾ ਇਹਦੇ ਚੇਲੇ ਤਰ ਸਕੇ। ਨਿਜ ਮਨ ਤਾਕੇ ਹੇਤ ਕਰ ਸੁਭ ਕਾਜ ਸਿਵ ਸਾਰੇ। ਆਪਣੀ ਪ੍ਰਭਤਾ, ਆਪਣੀ ਮਾਨਤਾ, ਆਪਣਾ ਸਨਮਾਨ ਉਹਦੇ ਵਿੱਚ ਪੈ ਕੇ ਇਹਨੇ ਸਾਰੇ ਸ਼ੁਭ ਕੰਮ
ਵਿਸਾਰ ਦਿੱਤੇ ਤੇ ਦੁਰਾਚਾਰ ਕਰਦਾ ਰਿਹਾ। ਸਮ ਕੀ ਗਤ ਦੇਖ ਕਰ ਜੇ ਨ ਸਿਮਰੰਤੇ। ਇਹਨਾਂ ਦੀ ਹਾਲਤ ਦੇਖ ਲਓ ਜਿਹੜੇ ਸਿਮਰਨ ਨਹੀਂ ਕਰਦੇ। ਸਾਧ ਸੰਗਤ ਕਿੰਨਾ ਕੁ ਭਲਾ ਨੁਕਸਾਨ ਹੋ ਜਾਂਦਾ ਹੈ ਜੇ ਸਵੇਰੇ ਥੋੜ੍ਹਾ ਜਿਹਾ ਸਮਾਂ ਵਾਹਿਗੁਰੂ 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 ਕਰ ਲਈਏ। ਕਿੰਨਾ ਕੁ ਨੁਕਸਾਨ ਹੋ ਜਾਏਗਾ, ਕਿੰਨਾ ਕੁ ਲੇਟ ਹੋ ਜਾਓਗੇ। ਕੰਮ 'ਤੇ ਜਾਂਦੇ ਹੋ, ਦਫ਼ਤਰ ਜਾਂਦੇ ਹੋ, ਦੁਕਾਨ 'ਤੇ ਜਾਂਦੇ ਹੋ, ਖੇਤਾਂ ਜਾਂਦੇ ਹੋ, ਜਾਂਦੇ ਜਾਂਦੇ ਜਪੀ ਜਾਓ। ਕੋਈ ਵੱਖਰਾ ਤੇਲ ਤਾਂ ਨਹੀਂ ਬਲਣਾ ਵੀ ਜੇ ਕਿਤੇ ਜਾਣਾ ਹੈ ਤੇ ਜੇ 10 ਲੀਟਰ ਤੇਲ ਬਲਣਾ ਹੈ ਤੇ ਮਹਿੰਗਾ ਬੜਾ ਹੈ, ਜੇ ਨਾਮ ਜਪਿਆ ਤੇ 12 ਬਲ ਜਾਣਾ, ਇਹੋ ਜਿਹਾ ਤਾਂ ਹੈ ਨਹੀਂ। ਸਫਲ ਹੋ ਜਾਏਗਾ। ਫਿਰ ਗੁਰੂ ਗੁਰੂ ਜਪਦਿਆਂ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਜੇ ਨਾਮ ਜਪੀਏ ਫਿਰ ਉਧਾਰ ਹੋ ਜਾਂਦਾ ਹੈ। ਹਾਂਜੀ। ਸ੍ਰੀ ਨਾਨਕ ਕੀ ਸ਼ਬਦ ਏਕ ਉਜਰਿਓ ਹਿਤਵੰਤ। ਸਿੱਖਾਂ ਨੇ ਸਵਾਲ ਕੀਤਾ, ਮਹਾਰਾਜ ਫਿਰ ਇਹ ਕੌਣ ਲੋਕ ਨੇ ਜਿਹੜੇ ਇਸ ਤਰ੍ਹਾਂ ਚੇਲੇ ਬਣਾਈ ਜਾਂਦੇ ਨੇ? ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਬਾਣੀ ਦਾ ਬਚਨ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ ਸੁਣਾਇਆ। ਕੁਲਹਾਂ ਦੇਂਦੇ ਬਾਬਲੇ ਲੈਂਦੇ ਵੱਡੇ ਨਿਲੱਜ। ਮਹਾਰਾਜ ਕਹਿਣ ਲੱਗੇ ਬਾਬਲੇ ਲੋਕ ਨੇ ਜੋ ਦੂਜਿਆਂ ਨੂੰ ਚੇਲੇ ਬਣਾਉਂਦੇ ਫਿਰਦੇ। ਇਸਲਾਮ ਵਿੱਚ ਉਹ ਸਿਰ ਤੇ ਕੁੱਲਾ ਪਵਾ ਦਿੰਦੇ ਨੇ ਵੀ ਸਾਡਾ ਬਣ ਗਿਆ। ਕੁਲਹਾ ਦਿੰਦੇ ਬਾਬਲੇ ਤੇ ਲੈਂਦੇ ਕੌਣ ਨੇ? ਨਿਲੱਜ ਲੋਕ, ਜਿਨ੍ਹਾਂ ਨੂੰ ਲੱਜਾ ਨਹੀਂ, ਜੋ ਖੁਦਾ ਨੂੰ ਛੱਡ ਕੇ ਤੇ ਖੁਦੀ ਨਾਲ ਬੜੇ ਲੋਕਾਂ ਨਾਲ ਜੁੜ ਜਾਂਦੇ ਨੇ। ਕੁਲਹਾ ਦਿੰਦੇ ਬਾਵਲੇ ਲੈਂਦੇ ਵੱਡੇ ਨਿਲੱਜ। ਅਗਲੀ ਪੰਕਤੀ ਵੀ ਸਰਵਣ ਕਰੀਏ। ਚੂਹਾ ਖੱਡ ਨਾ ਮਾਵੇ ਤਿੱਕਲ ਬੰਨੈ ਛੱਜ। ਕਹਿੰਦੇ ਨੇ ਜੇ ਚੂਹੇ ਦੀ ਖੱਡ ਨਾਲ ਜਿਹੜੀ ਤਿੱਕਲ ਹੈਗੀ ਪੂਛ, ਉਹਦੇ ਨਾਲ ਛੱਜ ਬੰਨ੍ਹ ਦਈਏ ਨਾ। ਕਹਿੰਦੇ ਨੇ ਇਸ ਤਰ੍ਹਾਂ ਇੱਕ ਵਾਰੀ ਬਿੱਲੀਆਂ ਪੈ ਜਾਂਦੀਆਂ ਸੀ ਚੂਹਿਆਂ ਨੂੰ। ਕਥਾ ਇਹ ਹੈਗੀ ਵਿੱਚ ਉਥਾਨਕਾ। ਉਹਨਾਂ ਸਾਰਿਆਂ ਸਲਾਹ ਕੀਤੀ ਵੀ ਸਾਡਾ ਇੱਕ ਵੱਡਾ ਮੰਤਰੀ ਬਣ ਜਾਏ। ਉਹ ਸਾਰਿਆਂ ਨੂੰ ਦੱਸੇ ਜਦ ਬਿੱਲੀ ਆਵੇ। ਇੱਕ ਮੇਰੇ ਵਰਗਾ ਸੀ, ਉਹ ਭੱਜ ਕੇ ਮੰਤਰੀ ਬਣ ਗਿਆ। ਉਹਨੇ ਕਿਹਾ ਜੀ ਮੈਨੂੰ ਬਣਾਓ, ਮੇਰੇ ਅੱਗੇ ਹੂਟਰ ਵੱਜਿਆ ਕਰੇਗਾ, ਮੈਂ ਜਾਇਆ ਕਰਾਂਗਾ। ਬਿੱਲੀ ਕੀ ਹੈ, ਸ਼ੇਰ ਵੀ ਆ ਜਾਏ, ਮੈਂ ਨਹੀਂ ਪਿੱਛੇ ਹਟਦਾ। ਤੇ ਹੁਣ ਪਛਾਣ ਕੀ ਹੋਵੇ? ਉਹ ਲਾਗੇ ਇੱਕ ਟੁੱਟਾ ਛੱਜ ਪਿਆ ਸੀ। ਉਹਨਾਂ ਕਿਹਾ ਇਹਦੀ ਪੂਛ ਨਾਲ ਬੰਨ੍ਹ ਦਿਓ, ਇਹ ਮੰਤਰੀ ਦੀ ਪਛਾਣ ਹੈ। ਇਹਨੇ ਨੂੰ ਬਿੱਲੀ ਆ ਗਈ। ਤੇ ਬਿੱਲੀ ਕੱਲੀ ਨਾ ਆਈ, ਨਾਲ ਉਹਦਾ ਟੱਬਰ ਵੀ ਆ ਗਿਆ, ਕਈ ਬਿੱਲੀਆਂ ਆ ਗਈਆਂ। ਜਿਹੜੇ ਬਿਨਾਂ ਛੱਜ ਵਾਲੇ ਸੀ ਭੱਜ ਭੱਜ ਕੇ ਆਪਣੀਆਂ ਖੁੱਡਾਂ 'ਚ ਵੜ ਗਏ। ਫਿਰ ਜਿਹੜਾ ਛੱਜ ਵਾਲਾ ਸੀ ਉਹਨੂੰ ਛੱਜ ਨਹੀਂ ਮਰਵਾ ਦਿੱਤਾ। ਉਹ ਹੁਣ ਵੜੇ ਕਿਵੇਂ ਖੁੱਡ ਵਿੱਚ? ਬਥੇਰਾ ਚੀਕਾਂ ਮਾਰੇ, ਆਖੇ ਹੋਇਆ ਜੀ ਮੰਤਰੀ ਨਾਲੋਂ ਤਾਂ ਮੈਂ ਉਂਝ ਹੀ ਚੰਗਾ ਸੀ। ਮਹਾਰਾਜ ਉਦਾਹਰਣ ਦਿੰਦੇ ਨੇ। ਕੁਲਹਾ ਦਿੰਦੇ ਬਾਵਲੇ ਲੈਂਦੇ ਵੱਡੇ ਨਿਲੱਜ। ਚੂਹਾ ਖੱਡ ਨਾ ਮਾਵਈ ਤਿੱਕਲ ਬੰਨੈ ਛੱਜ। ਇਹ ਆਪਣੇ ਨਾਲ ਵੱਡਾ ਮਹੰਤ ਹੋਣ ਦਾ ਛੱਜ ਬੰਨਿਆ ਹੋਇਆ ਸੀ ਤੇ ਆਪਣੇ ਹਿਰਦੇ ਦੀ ਸੁਰੰਗ ਵਿੱਚ, ਹਿਰਦੇ ਵਿੱਚ ਪ੍ਰਵੇਸ਼ ਨਹੀਂ ਕਰ ਸਕਿਆ, ਨਾਮ ਨਾਲ ਨਹੀਂ ਜੁੜ ਸਕਿਆ। ਦੋਹਰਾ ਕਰ ਨ ਸਕੈ ਆਪਣੋ ਭਲੋ, ਗੁਰ ਮਿਲ ਪਾਏ ਨਾ ਗਿਆਨ। ਨਾ ਤੇ ਆਪਣਾ ਭਲਾ ਕਰ ਸਕਦੇ ਨੇ ਉਹ ਇਹੋ ਜਿਹੇ ਲੋਕ, ਨਾ ਗੁਰੂ ਨੂੰ ਮਿਲ ਕੇ ਬ੍ਰਹਮ ਗਿਆਨ ਪ੍ਰਾਪਤ ਕਰਦੇ ਹਨ। ਅੰਧੇ ਅੰਕਾਰ ਤੇ ਨੈ ਪ੍ਰਭ ਸਿਮਰਨ ਠਾਨ। ਹਿਰਦੇ ਦੇ ਨੇਤਰ ਨਹੀਂ, ਅੰਧਕਾਰ 'ਚ ਪਏ ਹੋਏ ਨੇ, ਪ੍ਰਭੂ ਦਾ ਸਿਮਰਨ ਨਹੀਂ ਕਰਦੇ, ਹੰਕਾਰੀ ਹੋਣ ਕਰਕੇ। ਹਿਤ ਮਨਤਾ ਕਰ ਜਤਨ ਬੋ ਚੇਲੇ ਬ੍ਰਿੰਦ ਠਾਨ। ਆਪਣੀ ਮਾਨਤਾ ਲਈ ਬੜੇ ਚੇਲੇ ਬਣਾ ਲਏ ਹਨ। ਤਿਨ ਕੀ ਹੋਵਤ ਅਸ ਦਸਾ ਬੋ ਜੂਨੀ ਪਰਮਾਏ। ਮਹਾਰਾਜ ਕਹਿਣ ਲੱਗੇ ਜਿਹੜਾ ਵੀ ਇਸ ਤਰ੍ਹਾਂ ਕਰੇਗਾ ਉਹਦਾ ਇਹੀ ਹਾਲ ਹੋਏਗਾ ਤੇ ਬਹੁਤ 84 ਲੱਖ ਜੂਨਾਂ 'ਚ ਭਟਕਦਾ ਰਹੇਗਾ। ਤੋ ਸੋ ਕਰਮ ਵਿਸ਼ੇਸ਼ ਇਸ ਆਇਸ ਪਰਿਓ। ਇਸ ਤਰ੍ਹਾਂ ਦੇ ਨਾਲ ਹੁਤੋ ਸੁਕਰਮ ਵਿਸ਼ੇਸ਼ ਇਸ ਆਏ ਪਰਿਓ ਸਰਨਾਏ। ਇਸ ਤੇ ਕੋਈ ਕਿਰਪਾ ਹੋਈ, ਅਸੀਂ ਲੰਘ ਰਹੇ ਸੀ ਤੇ ਸਰਨ ਆ ਪਿਆ, ਦੁੱਖ ਦਾ ਮਾਰਿਆ ਹੋਇਆ। ਤੇ ਕਿਰਪਾ ਇਹੀ ਹੋਈ ਹੈ ਵੀ ਮਹਾਰਾਜ ਇੱਧਰੋਂ ਲੰਘੇ ਨੇ, ਇਹੀ ਕਿਰਪਾ ਹੋਈ। ਇਸ ਨੂੰ ਪਤਾ ਚੱਲ ਗਿਆ ਵੀ ਇਹ ਮੇਰਾ ਉਧਾਰ ਕਰ ਸਕਦੇ ਹਨ। ਅਬ ਸੁਭ ਗਤ ਪ੍ਰਾਪਤ ਭਈ ਤਿਨ ਪੰਨਗ ਮੁਕਤਾਏ। ਅਬ ਸੁਭ ਗਤ ਪ੍ਰਾਪਤ ਭਈ ਤਨ ਪੰਨਗ ਮੁਕਤਾਏ। ਹੁਣ ਇਹ ਸੱਪ ਦੇ ਤਨ ਤੋਂ ਮੁਕਤ ਹੋ ਗਿਆ ਤੇ ਚਰਨ ਕਮਲਾਂ ਨਾਲ ਸੋਹਣ ਕਰਕੇ ਭਾਈ ਸਾਹਿਬ ਲਿਖਦੇ ਨੇ ਉਹ ਬਾਕੀ ਕੀੜਿਆਂ ਮਕੌੜਿਆਂ ਦਾ ਵੀ ਉਧਾਰ ਹੋ ਗਿਆ।
ਤੇ ਇਸ ਤਰ੍ਹਾਂ ਲੰਘਦਿਆਂ ਹੋਇਆਂ ਗੁਰੂ ਦਾ ਦੀਦਾਰ ਹੋ ਜਾਏ ਤੇ ਉਹ ਜੂਨਾਂ ਤੋਂ ਬਚਾ ਲੈਂਦਾ, ਦੁੱਖਾਂ ਤੋਂ ਮੁਕਾ ਲੈਂਦਾ, ਦੁੱਖਾਂ ਤੋਂ ਛੁਡਾ ਲੈਂਦਾ। ਤੇ ਜੇ ਜਿਉਂਦਿਆਂ ਹੀ ਗੁਰੂ ਸਾਹਿਬ ਨਾਲ ਜੁੜ ਜਾਈਏ ਦੁੱਖ ਕਿੱਥੋਂ ਆਵੇਗਾ। ਸਤਿਗੁਰੂ ਪਾਤਸ਼ਾਹ ਮਿਹਰ ਕਰਨ, ਬੜੇ ਪ੍ਰੇਮ ਨਾਲ, ਇਕਾਗਰਤਾ ਨਾਲ ਆਪ ਸਾਰਿਆਂ ਨੇ ਸਰਵਣ ਕੀਤਾ। ਸਭ ਦਾ ਹਾਰਦਿਕ ਤੌਰ 'ਤੇ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ, ਨਿਮਾਣੇ ਸੇਵਕਾਂ ਦੀ ਝੋਲੀ 'ਚ ਪਾ ਦੇਣਾ। ਸਾਹਿਬ ਜੀਆਂ ਦੇ ਦਰੋਂ ਮਿਲਣ ਵਾਲੀ ਗੁਰੂ ਫਤਿਹ ਦੀ ਦਾਤ ਆਪਣੀ ਆਪਣੀ ਝੋਲੀ 'ਚ ਪਾਉਣੀ ਹੈ। ਪਰ ਪੇਸ਼ਤਰ 2 ਮਿੰਟ ਵਾਸਤੇ ਸਾਰੇ ਸੰਗਣ ਦੀ ਲੋੜ ਨਹੀਂ ਹੈ, ਹੈਜ਼ੀਟੇਟ ਹੋਣ ਦੀ ਲੋੜ ਨਹੀਂ। ਖੁੱਲ੍ਹ ਕੇ 2 ਮਿੰਟ ਸਾਰੇ ਵਾਹਿਗੁਰੂ ਮੰਤਰ ਦਾ ਜਾਪ ਕਰੀਏ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ।